ਸਾਹਿਬ श्री गुरु ग्रंथ साहिब जी महाराज सतगुरु जी दी मेहर सदका आप जी मिले हुए मनुखा जन्म दे अमोलक सवासां नूं गरीब नवाज सतगुरु जी दी संगत विच सफलियां कर रहे हो। सरबंसदानी जगत दे मालक जागदी जोत साहिब कमाल धन गुरु गोबिंद सिंह साहिब जी महाराज सतगुरु जी दे ज्योति जोत समाउण अस्थान तखत सचखंड श्री हजूर श्री अबचल नगर साहिब के वाहिगुरु जी ने आप जी नूं दर्शन दीदारियां दा सुभाग समा बख्शिश कीता है। सतगुरु जी की संगत करके आप जी लाहा प्राप्त कर रहे हो। महाराज जी का पावन स्थान जो भगती की खुशबू वंडदा है। सच्चे पातशाह जी अज भी प्रेमियों के हिरदे विच साख्यात हुंदे है। जदों कोई बहुत सदर नाल प्रीत ला के महाराज जी नूं याद करदा है गुरसिख, सच्चे पातशाह जी दे इस स्थान ते उन्हां प्रेमियों नूं अनोखी जी शो प्राप्त हुंदी है। सतगुरु जी दे तख्त अस्थान दे दोवें समय चारे कवाड़ जदों खुलदे है, महाराज जी का पवित्र तख्त शस्त्रां नाल लिपटिया होया प्रेमियों चौगिरदे खिच नाल दर्शन करदे है, जिवें भंवरा फुल ते आ करके गुंजाट पाउंदा है। महाराज जी का ये पवित्र स्थान जग्यासुआं नूं प्रेमियां नूं अंतरात्मे सुख प्रदान करदा है। महाराज जी की अनोखी बख्शिश इत्थे वरतदी है। वडभागी हो आप यात्रा करते हुए संगत का लाभ उठा रहे हो। सतगुरु जी की पावन बाणी की लड़ीवार कथा का समा है। आओ शरदा नाल प्यार नाल मन एकागर करके हजूर दा अमृत उपदेश सरवण करिए। महाराज जी दे पावन चरणों का ध्यान करते हुए आखो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु जी। सलोक महला पहला। सत संगत जी राग आसा विच सतगुरु की उचारण की हुई पवित्र वार जिदे दो पौड़ियां भाव दो शब्द संपूर्ण हो चुके हैं। कल दे दिन यात्रा नवाए हुए
गुरमुख प्यारे ਗਿਆਨੀ ਭਾਈ ਮੋਹਨ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਨੇ ਆਪ ਸੰਗਤਾਂ ਨੂੰ ਸਤਿਗੁਰੂ ਜੀ ਦੀ ਸ਼ਬਦ ਦੀ ਕਥਾ ਨਾਲ ਜੋੜਿਆ। ਗੁਰਮੁਖ ਪਿਆਰਿਆਂ ਨੇ ਬੜਾ ਲੰਮਾ ਸਮਾਂ ਜਥੇ ਸੰਗਤ ਵਿੱਚ ਬਤੀਤ ਕੀਤਾ ਹੈ, ਗੁਰਮਤਿ ਦਾ ਬਹੁਤ ਭਾਰੀ ਪ੍ਰਚਾਰ ਕੀਤਾ ਹੈ ਅਤੇ ਕਰ ਰਹੇ ਹੈ। ਜੂਨ 1984 ਜਿਸ ਸਮੇਂ ਜ਼ਾਲਮ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਮਲਾ ਕੀਤਾ ਸੀ, ਭਾਈ ਮੁਖਤਿਆਰ ਸਿੰਘ ਜੀ ਉਹ ਵੀ ਉਸ ਸਮੇਂ ਉੱਥੇ ਰਾਗੀ ਜਥੇ ਵਜੋਂ ਸੇਵਾ ਕਰਦੇ ਸਨ ਤੇ ਭਾਈ ਮੋਹਨ ਸਿੰਘ ਜੀ ਵੀ ਉਹਨਾਂ ਦੇ ਜਥੇ ਵਿੱਚ ਨਾਲ ਸੇਵਾ ਕਰਿਆ ਕਰਦੇ ਸੀ। ਬਹੁਤ ਕੁਝ ਇਹਨਾਂ ਦੇ ਕੋਲ ਛੁਪਿਆ ਹੋਇਆ ਹੈ, ਜੋ ਸਮੇਂ ਦਾ ਇਹਨਾਂ ਨੇ ਚਸ਼ਮਦੀਦ ਵੇਖਿਆ ਹੈ, ਜੋ ਕੁਝ ਅੱਖਾਂ ਦੇ ਸਾਹਮਣੇ ਹੋਇਆ। ਕਿਉਂਕਿ ਸੁਣਨਾ ਤੇ ਪੜ੍ਹਨਾ ਇੱਕ ਅਲੱਗਾ ਬਾਤ ਹੁੰਦੀ ਤੇ ਹੱਡਾਂ ਤੇ ਹੰਡਾਉਣਾ ਜਿਹੜਾ ਨਾ ਉਹ ਸਾਧ ਸੰਗਤ ਜੀ ਵੱਖਰਾ ਹੁੰਦਾ ਹੈ। ਗੁਰਮੁਖ ਪਿਆਰਿਆਂ ਨੇ ਕੱਲ ਹਾਜ਼ਰੀ ਭਰੀ ਸੀ। ਦੂਸਰਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਸੀ ਪੌੜੀ ਸਮੇਤ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਹਜੂਰ ਤੀਸਰਾ ਸ਼ਲੋਕ ਮਹਾਰਾਜ ਆਰੰਭ ਕਰਦੇ ਹੈ। ਹਜੂਰ ਫਰਮਾਉਂਦੇ ਹਨ, ਵਿਸਮਾਦ ਨਾਦ ਵਿਸਮਾਦ ਵੇਦ। ਸ਼ਲੋਕ ਮਹੱਲਾ ਪਹਿਲਾ। ਇਹ ਸਾਧ ਸੰਗਤ ਜੀ ਪਹਿਲੇ ਪਾਤਸ਼ਾਹ ਨਿਰੰਕਾਰ ਸਰੂਪ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼੍ਰੀ ਕੰਠ ਤੋਂ ਉਚਾਰਨ ਹੋਇਆ ਹੈ। ਸਤਿਗੁਰੂ ਜੀ ਨੇ ਇਹ 9 ਪੌੜੀਆਂ 9 ਸ਼ਲੋਕ ਪਾਕ ਪਟਣ ਵਿੱਚ ਹਜੂਰ ਨੇ ਉਚਾਰਨ ਕੀਤੇ ਹੈ। ਗਰੀਬ ਨਵਾਜ ਬ੍ਰਹਮ ਹਨ ਤੇ ਬ੍ਰਹਮ ਦੇ ਸਾਹਮਣੇ ਜਦੋਂ ਕੋਈ ਜਿਗਿਆਸੂ ਬਣ ਕੇ ਪ੍ਰਸ਼ਨ ਕਰਦਾ ਨਾ ਤੇ ਵਾਹਿਗੁਰੂ ਤੋਂ ਬਿਨਾਂ ਉਹਦੇ ਦਿਲ ਦੀ ਮਿੱਥਿਆ ਕੌਣ ਜਾਣਦਾ ਹੋਰ। ਸਤਿਗੁਰੂ ਜੀ ਨੂੰ ਉਹ ਫਕੀਰ ਲੋਕ ਵਾਹਿਗੁਰੂ ਦੇ ਮਾਰਗ ਦੇ ਪੰਥੀ ਜਿਗਿਆਸੂ ਪਰਮਾਰਥ ਦੇ ਰਾਹ ਦੇ ਇੱਛੁਕ ਜਦੋਂ ਤੜਫ ਨਾਲ ਕੋਈ ਪ੍ਰਸ਼ਨ ਪੁੱਛਦੇ, ਗਰੀਬ ਨਵਾਜ ਨਾਲੇ ਉੱਤਰ ਬਖਸ਼ਿਸ਼ ਕਰਦੇ, ਨਾਲ ਦ੍ਰਿਸ਼ਟੀ ਪਾ ਕੇ ਉਹ ਗਿਆਨ ਵੀ ਦਿੰਦੇ। ਸੱਚੇ ਪਾਤਸ਼ਾਹ ਐਸੀ ਰਹਿਮਤ ਕਰਦੇ ਗਰੀਬ ਨਵਾਜ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ਼ੇਖ ਬ੍ਰਹਮ ਨੇ ਬੇਨਤੀ ਕੀਤੀ। ਮੈਂ ਪਹਿਲਾਂ ਵੀ ਬੇਨਤੀ ਇਹ ਕੀਤੀ ਸੀਗੀ ਕਿ ਫਰੀਦ ਸਾਹਿਬ ਦੀ ਗੱਦੀ ਦੇ ਮਾਲਕ ਹੋਏ ਹੈ ਤੇ ਫਰੀਦ ਜੀ ਦੇ ਪੋਤੇ ਚੇਲੇ ਹੈ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹ ਇਹੀ ਫਰੀਦ ਜੀ ਹਨ ਜਿਨ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ ਮਿਲਾਪ ਹੋਇਆ ਪਾਕ ਪਟਣ ਦੇ ਅੰਦਰ। ਹੋਰ ਵੀ ਸ਼ਬਦ ਮਹਾਰਾਜ ਜੀ ਨੇ ਸ਼ੇਖ ਬ੍ਰਹਮ ਦੇ ਪ੍ਰਥਾਏ ਉਚਾਰਨ ਕੀਤੇ। ਸੱਚੇ ਪਾਤਸ਼ਾਹ ਜੀ ਨੇ ਜਿੱਥੇ ਮਹਾਰਾਜ ਨੇ ਕਿਹਾ ਸੀ, ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ, ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਮਹਾਰਾਜ ਨੇ ਕਿਹਾ ਸੀ, ਸ਼ੇਖ ਬ੍ਰਹਮ ਜੀ ਕੀ ਮਾਣ ਕਰਨਾ ਕਿ ਸੰਤ ਹਾਂ, ਕੀ ਮਾਣ ਕਰਨਾ ਕਿ ਸਾਡੀ ਬਿਰਤੀ ਬੜੀ ਜੁੜਦੀ ਹੈ, ਤੇ ਕੀ ਕੋਈ ਪਖੰਡੀ ਵੱਲ ਵੇਖ ਕੇ ਨਫ਼ਰਤ ਕਰਨੀ ਹੈ ਕਿ ਬਗਲਾ ਪਖੰਡੀ ਹੈ। ਹਜੂਰ ਕਹਿੰਦੇ, ਸ਼ੇਖ ਬ੍ਰਹਮ ਜੇ ਮੇਰੇ ਵਾਹਿਗੁਰੂ ਨੂੰ ਤਰਸ ਪਵੇ ਨਾ, ਉਹ ਤਾਂ ਕਾਂ ਨੂੰ ਹੰਸ ਕਰ ਸਕਦਾ ਹੈ। ਇਸ ਕਰਕੇ ਕਦੇ ਵੀ ਆਪਣੀ ਅਵਸਥਾ ਦਾ ਮਾਣ ਨਾ ਕਰੀਏ, ਸਦਾ ਨਿਮਰਤਾ ਵਿੱਚ ਵਾਹਿਗੁਰੂ ਦੇ ਅੱਗੇ ਝੁਕੇ ਰਹੀਏ। ਇਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਕਿਉਂਕਿ ਮਹਾਰਾਜ ਜੀ ਨੇ ਲਿਖਿਆ, ਜਿਵੇਂ ਕੱਲ ਤੁਸੀਂ ਸੁਣਿਆ ਸੀ ਕਿ ਵੱਡੀ ਵਡਿਆਈ ਜਾਂ ਵੱਡਾ ਨਾਉ, ਇਹ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼ੇਖ ਬ੍ਰਹਮ ਨੂੰ ਦੱਸਿਆ ਕਿ ਕਿੱਡੀ ਵੀ ਅਵਸਥਾ ਵਿੱਚ ਨਿਮਰਤਾ ਰੱਖੀਦੀ ਹੈ, ਇਹ ਹਜੂਰ ਦੀ ਹੀ ਵੱਡੀ ਵਡਿਆਈ ਹੈ। ਕਿਉਂਕਿ ਜੇ ਪਹਿਲ ਭਏ ਅਵਤਾਰਾ, ਤਿੰਨ ਤਿੰਨ ਆਪਣੋ ਜਾਪ ਉਚਾਰਾ। ਉਹਨਾਂ ਨੇ ਤਾਂ ਆਪੋ ਆਪਣਾ ਹੀ ਨਾਮ ਜਪਾਇਆ ਸੀ। ਸਤਿਗੁਰੂ ਜੀ ਦੀ ਵੱਡੀ ਵਡਿਆਈ ਤਾਂ ਹੈ ਕਿ ਮਹਾਰਾਜ ਨੇ ਨਾਮ ਦੀ ਵੱਡੀ ਮਹਿਮਾ ਕਹੀ ਹੈ ਸੱਚੇ ਪਾਤਸ਼ਾਹ ਨੇ।
ਮਹਾਰਾਜ ਨੇ ਸਭ ਦੇ ਤਾਈਂ ਪਰਮੇਸ਼ਰ ਦਾ ਨਾਮ ਜਪਾਇਆ। ਗਰੀਬ ਨਵਾਜ ਜੀ ਨੇ ਸ਼ੇਖ ਬ੍ਰਹਮ ਜੀ ਸਤਿਗੁਰਾਂ ਜੀ ਨੂੰ ਪ੍ਰਸ਼ਨ ਕਰਦੇ ਆ, ਮਹਾਰਾਜ ਵਿਸਮਾਦ ਕੀ ਚੀਜ਼ ਹੈ? ਆਪ ਕਿਰਪਾ ਕਰਕੇ ਵਿਸਮਾਦ ਦੱਸੋ। ਹਜੂਰ ਕਹਿੰਦੇ ਆ ਕਿ ਸ਼ੇਖ ਬ੍ਰਹਮ ਜੀ ਸਾਰਾ ਕੁਝ ਹੀ ਵਿਸਮਾਦ ਹੈ। ਨਹੀਂ ਮਹਾਰਾਜ ਕਿਰਪਾ ਕਰਕੇ ਦੱਸੋ ਸੀ ਵਿਸਮਾਦ ਦਾ ਜੋ ਆਕਾਰ ਹੈ, ਵਿਸਮਾਦ ਦੀ ਜੋ ਰੂਪ ਰੇਖਾ ਹੈ, ਉਹ ਕਿਰਪਾ ਕਰਕੇ ਦੱਸੋ। ਸਤ ਸੰਗਤ ਜੀ ਇਹ ਵਿਸਮਾਦ ਦਾ ਸ਼ਲੋਕ ਸਤਿਗੁਰਾਂ ਜੀ ਨੇ ਉਚਾਰਨ ਕੀਤਾ ਹੈ। ਵਿਸਮਾਦ ਦੀ ਬਾਬਤ ਬੇਨਤੀ ਕਰਾਂ, ਵਿਸਮਾਦ ਨੂੰ ਬੁੱਧੀ ਨਾਲ ਨਹੀਂ ਸਮਝਿਆ ਜਾਂਦਾ। ਇਹ ਤੁਹਾਡੇ ਸੁਣਨ ਤੋਂ ਤੇ ਮੇਰੇ ਕਹਿਣ ਤੋਂ ਪਰੇ ਹੈ। ਵਿਸਮਾਦ ਜਿਸ ਨੂੰ ਸਪਰਸ਼ ਹੁੰਦਾ ਨਾ, ਉਹਦੇ ਵਾਸਤੇ ਸਭ ਬ੍ਰਹਮ ਹੋ ਜਾਂਦਾ ਹੈ। ਉਹਨੂੰ ਕੋਈ ਦੁੰਦਵਾਦ ਨਹੀਂ ਸੰਸਾਰ ਦੇ ਅੰਦਰ ਦਿਖਾਈ ਦਿੰਦਾ। ਕੋਈ ਉੱਚਾ ਨੀਵਾਂ, ਮਾੜਾ ਚੰਗਾ, ਵੈਰੀ ਮਿੱਤਰ ਕੁਝ ਵੀ ਉਹਦੇ ਵਾਸਤੇ ਨਹੀਂ ਰਹਿੰਦਾ। ਸਭ ਕੁਝ ਆਸ਼ਚਰਜ ਹੋ ਜਾਂਦਾ ਹੈ। ਵੇਖ ਕੇ ਬਿਰਤੀ ਹੈਰਾਨ ਹੋ ਜਾਂਦੀ ਹੈ। ਸਤਿਗੁਰੂ ਜੀ ਨੂੰ ਜਦੋਂ ਸ਼ੇਖ ਬ੍ਰਹਮ ਨੇ ਪੁੱਛਿਆ, ਮਹਾਰਾਜ ਵਿਸਮਾਦ ਦੀ ਰੂਪ ਰੇਖਾ ਦੱਸੋ, ਤੇ ਹਜੂਰ ਆਪਣੇ ਸ਼੍ਰੀ ਕੰਠ ਤੋਂ ਕਹਿੰਦੇ ਆ, ਵਿਸਮਾਦ ਨਾਦ ਵਿਸਮਾਦ ਵੇਦ। ਵਿਸਮਾਦ ਨਾਦ, ਜਿਹਨੂੰ ਵਿਸਮਾਦ ਦਾ ਦਰਸ਼ਨ ਹੋਇਆ ਹੋਵੇ, ਜਿਨ ਵਿਸਵਾਦ ਬਾਣਿਆ ਹੋਵੇ, ਸਾਧ ਸੰਗਤ ਜੀ ਉਹਦੇ ਲਈ ਸਭ ਕੁਝ ਹੀ ਵਿਸਮਾਦ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸ਼ੇਖ ਬ੍ਰਹਮ ਜੀ ਵੇਖੋ ਜਿੰਨਾ ਵੀ ਨਾਦ ਹੋ ਰਿਹਾ ਹੈ ਬੜਾ ਵਿਸਮਾਦ ਹੈ। ਕਿੰਨੇ ਸਾਜ਼ ਨੇ ਸਾਧ ਸੰਗਤ ਜੀ, ਇੱਕ ਇੱਕ ਸੁਰ ਤੋਂ ਨਾਦ ਹੀ ਬਦਲ ਜਾਂਦਾ ਹੈ। ਫਿਰ ਕਿੰਨੇ ਤੰਤੀ ਸਾਜ਼ ਹੈ, ਉਂਗਲਾਂ ਦੇ ਰੱਖਦਿਆਂ ਹੀ ਉਹਨਾਂ ਦੀ ਆਵਾਜ਼ ਬਦਲ ਜਾਂਦੀ ਹੈ। ਮਹਾਰਾਜ ਕਹਿੰਦੇ ਜਿੰਨਾ ਵੀ ਨਾਦ ਪੂਰਿਆ ਜਾ ਰਿਹਾ ਨਾ, ਇਹ ਵੀ ਵਿਸਮਾਦ ਹੈ, ਅਸਚਰਜ ਹੈ। ਤੇ ਜਿਹੜੋ ਚਾਰ ਵੇਦ ਨੇ ਜਿਨ੍ਹਾਂ ਅੰਦਰ ਕਰਮ, ਉਪਾਸਨਾ ਤੇ ਗਿਆਨ ਕਥਨ ਕੀਤਾ ਹੋਇਆ, ਮਹਾਰਾਜ ਕਹਿੰਦੇ ਵੀ ਵਿਸਮਾਦ ਹੈ। ਵਿਸਮਾਦ ਵੇਦ, ਵਿਸਮਾਦ ਵੇਦ ਜੋ ਚਾਰ ਵੇਦ ਹਨ, ਉਹਨਾਂ ਦੇ ਅੰਦਰ ਕਰਮ, ਉਪਾਸਨਾ, ਗਿਆਨ ਜੋ ਕਥਨ ਕੀਤਾ ਹੈ ਵੀ ਵਿਸਮਾਦ ਰੂਪ ਹੈ। ਵਿਸਮਾਦ ਜੀਵ, ਮਹਾਰਾਜ ਕਹਿੰਦੇ ਫਿਰ ਜਿੰਨੇ ਵੀ ਜੀਵ ਹਨ ਇਹ ਵੀ ਵਿਸਮਾਦ ਹੈ। ਸਾਨੂੰ ਦੁਨੀਆ ਦਿਸਦੀ ਵਿਸਮਾਦ ਥੋੜੋ ਦਿਸਦੀ ਹੈ। ਅਸੀਂ ਕਹਿੰਦੇ ਆ ਕਿ ਇਹ ਤਾਂ ਭਾਈ ਫਲਾਨਾ ਹੈ, ਆ ਫਲਾਨੇ ਫਿਰਕੇ ਦਾ ਹੈ। ਹਜੂਰ ਨੂੰ ਜਿੰਨੇ ਵੀ ਜੀਵ ਜੰਤ ਦਿਸਦੇ ਆ ਸਭ ਵਿਸਮਾਦ ਰੂਪ ਦਿਸ ਰਹੇ ਆ। ਮਹਾਰਾਜ ਜੀ ਕਹਿੰਦੇ ਜਿੰਨੇ ਵੀ ਜੀਵ ਹਨ ਨਾ ਸ਼ੇਖ ਬ੍ਰਹਮ ਜੀ, ਇਹ ਵੀ ਵਿਸਮਾਦ ਨੇ। ਵੇਖੋ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਨੇ ਬੋਲੇ ਦੌੜਿਓ ਫਿਰਤ ਹੈ ਤਾਂ ਮਿੱਟੀ ਦਾ ਹੀ ਪੁਤਲਾ ਹੈ ਨਾ। ਤੇ ਵੇਖੋ ਅਸਚਰਜਤਾ ਹੀ ਨਹੀਂ ਕਿ ਕਿਆਸ ਚੇਤਨ ਸੱਤਾ ਪਾ ਕੇ ਤੇ ਕਠਪੁਤਲੀਆਂ ਕੋਲੋਂ ਗੱਲਾਂ ਕਰਵਾ ਰਿਹਾ ਮੇਰਾ ਪਰਮੇਸ਼ਰ, ਉਹਨਾਂ ਕੋਲ ਹਰਕਤ ਕਰਵਾ ਰਿਹਾ ਹੈ। ਇਹ ਜੀਵ ਵੀ ਸਾਡੇ ਵਿਸਮਾਦ ਰੂਪ ਹਨ। ਵਿਸਮਾਦ ਭੇਦ, ਤੇ ਇਹਨਾਂ ਵਿੱਚ ਭੇਦ ਕਿੰਨਾ ਹੈ। ਇੱਕੋ ਮਾਤਾ ਦੇ ਉਦਰ ਤੋਂ ਹੀ ਜਨਮ ਲਏ ਬੱਚੇ ਰਲਦੇ ਨਹੀਂ ਹੈ, ਕੋਈ ਕਿਸੇ ਨਾਲ ਨਹੀਂ ਰਲਦਾ। ਫਿਰ ਕਿੰਨੇ ਫਿਰਕੇ ਪੈਦਾ ਕਰ ਛੱਡੇ ਐ। ਇੱਕ ਇੱਕ ਜੀਵ ਵਿੱਚ ਵਾਹਿਗੁਰੂ ਨੇ ਕਿੰਨਾ ਕਿੰਨਾ ਭੇਦ ਪਾਇਆ ਹੋਇਆ ਹੈ। ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਭੇਦ ਹੈ ਨਾ ਪਿਆ ਹੋਇਆ, ਇਹ ਵੀ ਵਿਸਮਾਦ ਹੈ, ਅਸਚਰਜ ਹੈ। ਵਿਸਮਾਦ ਰੂਪ, ਤੇ ਫਿਰ ਇਹਨਾਂ ਦੇ ਜਿਹੜੇ ਰੂਪ ਨੇ, ਆਕਾਰ, ਉਹ ਵੀ ਮਹਾਰਾਜ ਕਹਿੰਦੇ ਭਾਈ ਵਿਸਮਾਦ ਹੈ। ਵੇਖੋ ਇਹ ਜੀਆਂ ਦੇ ਕਿੰਨੇ ਆਕਾਰ ਪਰਮੇਸ਼ਰ ਨੇ ਬਣਾਏ ਹੈ। ਇੱਕੇ ਜਾਤੀ ਵਿੱਚ ਕਈ ਕਈ ਆਕਾਰ ਬਣਾ ਛੱਡੇ ਐ। ਮਹਾਰਾਜ ਜੀ ਕਹਿੰਦੇ ਸਾਰੇ ਆਕਾਰ ਵੀ ਜਿੰਨੇ ਦਿਸਣ ਵਿੱਚ ਆ ਰਹੇ ਆ ਇਹ ਵਿਸਮਾਦ ਰੂਪ ਹੈ। ਵਿਸਮਾਦ ਰੰਗ, ਤੇ ਫਿਰ ਉਹਨਾਂ ਦੇ ਰੰਗ ਵੇਖੋ, ਤੋਤੇ ਸਾਰੇ ਹਰੇ ਹੀ ਬਣਾ ਛੱਡੇ, ਕਾਂ ਕਾਲੇ ਹੀ ਸਾਰੇ ਕਰ ਛੱਡੇ ਐ। ਮਹਾਰਾਜ ਕਹਿੰਦੇ ਰੰਗ ਵੀ ਤਾਂ ਵਿਸਮਾਦ ਹੀ ਹੈ ਨਾ। ਇਸ ਪ੍ਰਕਾਰ ਜਿੰਨੇ ਸ੍ਰਿਸ਼ਟੀ ਦੇ ਅੰਦਰ ਰੰਗ ਬਣਾਏ ਆ ਜੀਆਂ ਦੇ ਦਿੱਤੇ ਹੋਏ,
ਜਿਵੇਂ ਕਾਲਾ, ਚਿੱਟਾ ਤੇ ਸਾਧ ਸੰਗਤ ਜੀ ਪੀਲਾ, ਇਸ ਪ੍ਰਕਾਰ ਇਹ ਰੰਗ ਹੈ ਨੀਲਾ ਆਦਿਕ। ਇਹ ਮਹਾਰਾਜ ਕਹਿੰਦੇ ਰੰਗ ਵੀ ਭਾਈ ਅਸਚਰਜ ਹਨ। ਵਿਸਮਾਦ ਨਾਗੇ ਫਿਰਹਿ ਜੰਤ। ਤੇ ਫਿਰ ਕਈ ਮਹਾਰਾਜ ਕਹਿੰਦੇ ਵਸਤਰ ਉਤਾਰ ਦਿਗੰਬਰ ਹੋਗ, ਤੇ ਕਈ ਉਹ ਨੰਗੇ ਹੀ ਜੰਗਲਾਂ ਵਿੱਚ ਤੁਰੇ ਫਿਰਦੇ ਆ। ਸਤਿਗੁਰੂ ਜੀ ਕਹਿੰਦੇ ਉਹ ਵੀ ਭਾਈ ਵਿਸਮਾਦ ਹੀ ਹੈ। ਵੇਖੋ ਮਨੁੱਖ ਨੂੰ ਤਾਂ ਸਮਝ ਦਿੱਤੀ ਹੈ ਨਾ, ਤੇ ਵਸਤਰ ਪਹਿਨਦਾ ਹੈ, ਤੇ ਜੇ ਕਿਤੇ ਹਿਰਨ ਦੇ ਵਸਤਰ ਪਾਏ ਹੋਣ ਤੇ ਕਿੰਨਾ ਹੋਰ ਤਰ੍ਹਾਂ ਲੱਗਦਾ ਹੈ। ਉਹ ਸਾਧ ਸੰਗਤ ਜੀ ਜਿਹੜੇ ਪਸ਼ੂ ਹੈ ਨਾ, ਇਹ ਵਾਹਿਗੁਰੂ ਨੇ ਜਿਸ ਤਰ੍ਹਾਂ ਦਾ ਬਣਾਇਆ ਪ੍ਰਕਿਰਤੀ ਨੂੰ, ਇਹ ਵਿਸਮਾਦ ਹੈ ਸਾਰਾ ਕੁਝ। ਮਨੁੱਖ ਆਪਣੀ ਸਮਝ ਕਰਕੇ ਹੀ ਵਿਸਮਾਦ ਤੋਂ ਦੂਰ ਚਲੇ ਗਿਆ। ਜੋ ਕੁਝ ਸਾਨੂੰ ਦਿਸਦਾ ਹੈ ਇਹ ਅਸਚਰਜ ਹੈ, ਪਰ ਇਸ ਵਿਸਮਾਦ ਤੱਕ ਪਹੁੰਚਣ ਲਈ ਗੁਰੂ ਜੀ ਦੇ ਮੰਤਰ ਦਾ ਜਾਪ ਕਰਨਾ ਪੈਂਦਾ, ਗੁਰੂ ਜੀ ਦੀ ਬਖਸ਼ਿਸ਼ ਦਾ ਪਾਤਰ ਬਣਨਾ ਪੈਂਦਾ। ਤੋ ਸਤਿਗੁਰੂ ਜੀ ਕਹਿੰਦੇ ਭਾਈ ਇਹ ਸਾਰੇ ਰੰਗ ਵੀ ਵਿਸਮਾਦ ਰੂਪ ਹਨ। ਵਿਸਮਾਦ ਨਾਗੇ ਫਿਰਹਿ ਜੰਤ। ਤੇ ਨੰਗੇ ਜਿਹੜੇ ਜੀਵ ਜੰਤੂ ਤੁਰੇ ਫਿਰਦੇ ਆ, ਪਸ਼ੂ ਪਕਸ਼ੀ ਆਦਿਕ, ਜਾਂ ਕੋਈ ਇਉਂ ਬਰਕਤ ਹੋ ਕੇ ਨੰਗੇ ਹੋ ਜਾਂਦੇ, ਵੀ ਵਿਸਮਾਦ ਰੂਪ ਹੈ। ਵਿਸਮਾਦ ਪਾਉਣ। ਮਹਾਰਾਜ ਕਹਿੰਦੇ ਹਵਾ ਵੀ ਵਿਸਮਾਦ ਹੈ, ਜੋ ਸਾਰਿਆਂ ਦੇ ਸਾਹ ਰੂਪ ਹੋਈ ਪਈ ਹੈ। ਵਿਸਮਾਦ ਪਾਣੀ। ਪਾਣੀ ਸਭ ਦਾ ਹੀ ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ। ਪਾਣੀ ਦਾ ਤੱਤ ਘਟ ਜੇ ਤੇ ਡਾਕਟਰ ਕਹਿੰਦੇ ਹੁਣ ਨਹੀਂ ਬਚਣਾ। ਸਤਿਗੁਰੂ ਜੀ ਕਹਿੰਦੇ ਭਾਈ ਇਹ ਪਾਣੀ ਵੀ ਵਿਸਮਾਦ ਰੂਪ ਹੈ, ਅਸਚਰਜ ਰੂਪ ਹੈ। ਵਿਸਮਾਦ ਅਗਨੀ ਖੇਡਹਿ ਵਿਡਾਣੀ। ਮਹਾਰਾਜ ਕਹਿੰਦੇ ਜਿਹੜੀ ਵਿਡਾਣ ਅਸਚਰਜ ਕੌਤਕਾਂ ਨੂੰ ਕਰਦੀ ਹੈ, ਹੈਰਾਨੀਜਨਕ ਕੌਤਕਾਂ ਨੂੰ ਕਰਦੀ ਜਿਹੜੀ ਅੱਗ ਹੈ, ਇਹ ਵੀ ਵਿਸਮਾਦ ਹੈ। ਵੇਖੋ ਕਿਤੇ ਭੋਜਨ ਬਣਾ ਰਹੀ ਹੈ, ਕਿਤੇ ਜਠਰ ਅਗਨੀ ਦੇ ਵਿੱਚ ਬੱਚੇ ਦਾ ਸਰੀਰ ਪਕਾ ਰਹੀ ਹੈ, ਤੇ ਕਿਤੇ ਸਾਧ ਸੰਗਤ ਜੀ ਜਿਹੜੀ ਹੈ ਉਹ ਬੜਵਾ ਨਾਲ ਹੋ ਕਰਕੇ ਸਮੁੰਦਰਾਂ ਨੂੰ ਸਾੜੀ ਜਾਂਦੀ ਹੈ, ਕਿਤੇ ਦੌ ਅਗਨੀ ਹੋ ਕੇ ਜੰਗਲ ਸਾੜ ਕੇ ਸਵਾਹ ਕਰੀ ਜਾਂਦੀ ਹੈ, ਕਿਤੇ ਸਵਾਰੀ ਜਾਂਦੀ ਹੈ, ਕਿਤੇ ਵਿਗਾੜੀ ਜਾਂਦੀ ਹੈ। ਅਸਚਰਜ ਹੀ ਹੈ ਅੱਗ ਵੀ ਪਰਮੇਸ਼ਰ ਦੀ ਬਣਾਈ ਹੋਈ। ਵਿਸਮਾਦ ਧਰਤੀ। ਗੁਰਮੁਖੋ ਫੋਨ ਆਪਣਾ ਕੋਲ ਰੱਖ ਕੇ ਕਥਾ ਸੁਣੋ, ਬੇਨਤੀ ਹੈ। ਸੰਗਤ ਵਿੱਚ ਨਿਯਮ ਪਾਲੀ ਦੇ ਹੈ, ਬਾਅਦ ਵਿੱਚ ਆਪ ਜੀ ਫੋਟੋ ਖਿੱਚ ਲਿਓ। ਹਾਂਜੀ ਪੜੋ। ਵਿਸਮਾਦ ਧਰਤੀ। ਹਜੂਰ ਕਹਿੰਦੇ ਜਿਹੜੀ ਧਰਤੀ ਹੈ ਨਾ, ਇਹ ਵੀ ਵਿਸਮਾਦ ਰੂਪ ਹੈ। ਮਰਨ ਜੀਵਨ ਕੋ ਧਰਤੀ ਦੀਨੀ। ਇਹ ਧਰਤੀ ਸਾਧ ਸੰਗਤ ਜੀ ਅਜੇ ਤੱਕ ਧਰਤੀ 'ਚ ਹੀ ਨਹੀਂ ਪਤਾ ਕਿ ਕੀ ਕੁਛ ਹੈਗਾ। ਇਹ ਧਰਤੀ ਵੀ ਵਿਸਮਾਦ ਰੂਪ ਹੈ। ਜੋ ਤੁਹਾਨੂੰ ਦ੍ਰਿਸ਼ਟੀ ਨਾਲ ਦਿਸ ਰਿਹਾ ਨਾ, ਇਹ ਸਭ ਕੁਝ ਧਰਤੀ ਮਾਤਾ ਤੋਂ ਹੀ ਪ੍ਰਗਟ ਹੋਇਆ ਹੈ। ਜੋ ਸਥੂਲ ਰੂਪ 'ਚ ਸਾਨੂੰ ਨਜ਼ਰ ਆ ਰਿਹਾ ਹੈ, ਇਹਦੀ ਜਨਨੀ ਧਰਤੀ ਹੈ। ਮਹਾਰਾਜ ਕਹਿੰਦੇ ਇਹ ਧਰਤੀ ਵੀ ਸ਼ੇਖ ਬ੍ਰਹਮ ਜੀ ਵਿਸਮਾਦ ਰੂਪ ਹੈ। ਵਿਸਮਾਦ ਖਾਣੀ। ਤੇ ਇਹਦੇ ਵਿੱਚ ਜਿਹੜੀਆਂ ਖਾਣਾਂ ਹਨ, ਮਹਾਰਾਜ ਕਹਿੰਦੇ ਕਿਤੇ ਭਾਈ ਸੋਨੇ ਦੀ ਖਾਣ, ਕਿਤੇ ਕੋਇਲੇ ਦੀ ਖਾਣ। ਪਤਾ ਲੱਗਦਾ ਕਿਤੇ ਧਰਤੀ 'ਚ ਕਿੰਨੇ ਖਜ਼ਾਨੇ ਗੁਪਤ ਹੈ। ਆ ਸਾਧ ਸੰਗਤ ਜੀ ਤਕਰੀਬਨ 1970-71 ਦੇ ਕਰੀਬ ਦੁਬਈ ਦੇ ਜਿਹੜੇ ਸੀਗੇ ਨਾ, ਉਹ ਲੋਕ ਉੱਥੋਂ ਦੀ ਸਰਕਾਰ, ਇਹਨਾਂ ਨੇ ਇੰਡੀਆ ਗਵਰਨਮੈਂਟ ਨੂੰ ਪੇਸ਼ਕਸ਼ ਕੀਤੀ ਸੀ ਕਿ ਸਾਡਾ ਦੇਸ਼ ਤੁਸੀਂ ਲੀਜ਼ ਤੇ ਲੈ ਲਓ ਜਾਂ ਖਰੀਦ ਲਓ। ਤੇ ਇਹਨਾਂ ਨੇ ਕਿਹਾ ਵੀ ਉੱਥੇ ਤੇ ਰੇਤ ਉੱਡਦੀ ਹੈ, ਅਸੀਂ ਕੀ ਕਰਨਾ। ਤੇ ਜਦੋਂ ਨਿਕਲਿਆ ਤੇਲ, ਅੱਜ ਦੁਬਈ ਦੁਨੀਆ ਦੇ ਅਮੀਰ ਦੇਸ਼ਾਂ ਵਿੱਚੋਂ ਇੱਕ ਦੇਸ਼ ਹੈ। ਕਿਉਂ? ਉੱਥੇ ਸਾਧ ਸੰਗਤ ਜੀ ਉਹ ਤੇਲ ਦੀ ਖਾਣ ਲੱਭ ਪਈ ਉਹਨਾਂ ਨੂੰ। ਉਹ ਤੇ ਅੱਜ ਪੁੱਛਦੇ ਹੋਣੇ ਇੰਡੀਆ ਵੇਚਣਾ ਜੇ, ਕਿਉਂਕਿ ਧਰਤੀ ਦੇ ਅੰਦਰ ਕੀ ਕੁਝ ਛੁਪਿਆ ਹੋਇਆ ਹੈ। ਇਹ ਕਈ ਦੇਸ਼ ਜਿਹੜੇ ਆ ਅਫਗਾਨਿਸਤਾਨ ਦੀਆਂ ਪਹਾੜੀਆਂ ਦਾ ਰਾਹ ਕੱਢਣ ਲਈ ਕਹਿੰਦੇ ਫਰੀ ਕੱਢ ਦਿੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਸ ਪਹਾੜੀਆਂ ਵਿੱਚ ਬਹੁਤ ਕੁਝ ਛੁਪਿਆ ਹੋਇਆ ਹੈ। ਧਰਤੀ 'ਚ ਕਿੰਨੀਆਂ ਕੁ ਖਾਣਾਂ ਨੇ। ਮਹਾਰਾਜ ਕਹਿੰਦੇ ਭਾਈ ਇਹ ਧਰਤੀ ਅਸਚਰਜ ਹੀ ਹੈ, ਇਹਦੇ ਵਿੱਚ ਬਹੁਤ ਕੁਝ ਲਾਲ ਹੀਰੇ ਪੰਨੇ ਲੁਕੇ ਹੋਏ ਆ, ਕਿਤੋਂ ਤਾਂ ਸੋਨਾ ਹੀ ਲੱਭ ਪੈਂਦਾ ਬਹੁਤ ਜ਼ਿਆਦਾ। ਵਿਸਮਾਦ ਸਾਧ ਲਗਹਿ ਪ੍ਰਾਣੀ। ਮਹਾਰਾਜ ਕਹਿੰਦੇ ਵੇਖੋ ਵਿਸਮਾਦ ਹੀ ਹੈ ਨਾ, ਸਵਾਦਾਂ ਵਿੱਚ ਲੱਗੇ ਹੋਏ ਆ ਪ੍ਰਾਣੀ, ਤੇ ਸਵਾਦਾਂ ਨੂੰ ਭੋਗਦੇ ਹੋਏ ਛੱਡ ਹੀ ਨਹੀਂ ਪਾਉਂਦੇ ਹਨ। ਕਿੰਨਾ ਰਸਨਾ ਦਾ ਸਵਾਦ ਹੈ। ਸਾਧ ਸੰਗਤ ਜੀ ਤਕਰੀਬਨ 80% ਦੁਨੀਆ ਦਾ ਬਿਜ਼ਨਸ ਜਿਹੜਾ ਨਾ ਉਹ ਸਵਾਦ ਤੇ ਟਿਕਿਆ ਹੋਇਆ ਹੈ।
ਕਿੰਨਾ ਵੇਖ ਲਓ ਕਾਰੋਬਾਰ ਜਿਹੜਾ ਉਹ ਸਵਾਦ ਕਰਕੇ ਹੀ ਚੱਲ ਰਿਹਾ ਹੈ। ਮਹਾਰਾਜ ਕਹਿੰਦੇ ਸਵਾਦ ਦੀ ਮਾਰੀ ਹੋਈ ਦੁਨੀਆ ਇਹ ਅਸਚਰਜ ਨਹੀਂ ਹੈ। ਹੈਰਾਨੀ ਵਾਲੀ ਗੱਲ ਹੈ ਵੀ ਸਵਾਦ 'ਚ ਜੀਭ ਦੇ ਸਵਾਦ 'ਚ ਹੀ ਫਸੇ ਹੋਏ ਆ, ਇਸ ਤੋਂ ਪਰਾਂ ਕੁਝ ਸੁਝਦਾ ਹੀ ਨਹੀਂ ਹੋਰ ਹੈ। ਤੇ ਜੀਭ ਦੇ ਸਵਾਦ ਵਾਸਤੇ ਫਿਰ ਆਪਣਾ ਆਪ ਵਿਗਾੜ ਸਿੱਟਦੇ ਆ। ਗੋਲੀਆਂ ਭਾਵੇਂ 4 ਵੱਧ ਖਾਣੀਆਂ ਪੈ ਜਾਣ ਪਰ ਸਵਾਦ ਦੇ ਵੱਜੇ ਨਹੀਂ ਸਾਧ ਸੰਗਤ ਜੀ ਉਹ ਖਾਣੋਂ ਹਟਦੇ। ਮਹਾਰਾਜ ਕਹਿੰਦੇ ਵੇਖੋ ਆਪ ਦਾ ਨੁਕਸਾਨ ਆਪ ਹੀ ਕਰਨਾ ਅਸਚਰਜੀ ਗੱਲ ਹੈ। ਇਹ ਵੀ ਵਿਸਮਾਦ ਹੀ ਹੈ। ਮਹਾਰਾਜ ਕਹਿੰਦੇ ਭਾਈ ਸਵਾਦਾਂ ਵਿੱਚ ਲੱਗੇ ਹੋਏ ਹਨ ਪੁਰਾਣਾ ਧਾਰੀ ਜੀਵ। ਵਿਸਮਾਦ ਸੰਜੋਗ ਵਿਸਮਾਦ ਸੰਜੋਗ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਇਹ ਸੰਜੋਗ ਹੋਣਾ ਨਾ, ਮਾਤਾ ਦੇ ਉਦਰ ਵਿੱਚ ਆ ਕਰਕੇ ਸੰਸਾਰ ਨਾਲ ਸੰਜੋਗ ਪੈਣਾ, ਇਹ ਵੀ ਸਾਧ ਸੰਗਤ ਜੀ ਅਸਚਰਜੀ ਹੈ। ਵੇਖੋ ਕਿਵੇਂ ਮੁਖ ਤਲੈ ਪੈਰ ਉਪਰੇ ਬਸੰਦੋ ਕੋਹ ਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸ ਦਾ ਨਾਏ। ਹਜੂਰ ਕਹਿੰਦੇ ਆ ਇਹ ਕੈਸਾ ਅਸਚਰਜ ਹੈ ਕਿ ਮਾਤਾ ਦੇ ਉਦਰ ਵਿੱਚ ਸਾਧ ਸੰਗਤ ਜੀ 9 ਮਹੀਨੇ ਰਹਿ ਕਰਕੇ ਫਿਰ 10ਵੇਂ ਮਹੀਨੇ ਦਾ ਜਨਮ ਹੁੰਦਾ ਹੈ ਤੇ ਇਹਦਾ ਸੰਸਾਰ ਨਾਲ ਸੰਜੋਗ ਪੈ ਜਾਂਦਾ ਹੈ। ਕਿੱਥੋਂ ਕਿਧਰੋਂ ਕਿੱਥੇ ਪਤਾ ਨਹੀਂ ਫਿਰਦਾ ਫਿਰਦਾ ਵਿਚਰਦਾ ਹੋਇਆ ਕਿੰਨਾ ਕਰਮਾਂ ਕਰਕੇ ਕੋਈ ਕਿਹੜੇ ਭੋਗ ਭੋਗਣੇ ਸੀਗੇ, ਕਿਹੜਾ ਕੋਈ ਲੇਖਾ ਚੁਕਾਉਣਾ ਸੀਗਾ ਕਿ ਕਿੱਥੇ ਆ ਕਰਕੇ ਉਹਨਾਂ ਮਾਤਾ ਪਿਤਾ ਦੇ ਘਰ ਵਿੱਚ ਜਨਮ ਲੈਂਦਾ ਤੇ ਉਹਨਾਂ ਨਾਲ ਸੰਜੋਗ ਪੈ ਜਾਂਦਾ। ਕਿਉਂਕਿ ਪੂਰਵ ਜਨਮ ਕੇ ਮਿਲੇ ਸੰਜੋਗੀ, ਪੂਰਬਲਿਆਂ ਜਨਮਾਂ ਦਾ ਉਹ ਸੰਜੋਗ ਹੁੰਦਾ। ਪਰ ਮਹਾਰਾਜ ਕਹਿੰਦੇ ਅੰਤਹ ਕੋ ਨਾ ਸਹਾਏ। ਹਜੂਰ ਅੱਗੇ ਕਹਿੰਦੇ ਆ ਵਿਸਮਾਦ ਵਿਜੋਗ। ਤੇ ਵਿਸਮਾਦ ਹੀ ਹੈ ਵਿਜੋਗ। ਜਦੋਂ ਦੇਹ ਚੜਾਈ ਕਰਦੀ ਹੈ ਵਿਜੋਗ ਪੈਂਦਾ, ਪਤਾ ਹੀ ਨਹੀਂ ਲੱਗਦਾ ਵੀ ਕਿੱਧਰੋਂ ਆਇਆ ਤੇ ਕਿੱਧਰ ਨੂੰ ਚਲੇ ਗਿਆ ਹੈ। ਉਹ ਹੱਥਾਂ ਦੇ ਵਿੱਚ ਹੀ ਨਬਜਾਂ ਪਕੜੀਆਂ ਰਹਿ ਜਾਂਦੀਆਂ ਹਨ ਤੇ ਜੀਵ ਆਤਮਾ ਉਡਾਰੀ ਭਰ ਜਾਂਦਾ ਹੈ। ਮਹਾਰਾਜ ਕਹਿੰਦੇ ਅਸਚਰਜੀ ਹੈ ਭਾਈ, ਉਹ ਤਾਂ ਮਿੱਟੀ ਰਹਿ ਜਾਂਦੀ ਉੱਥੇ ਫਿਰ। ਤੇ ਦੇਹ ਨੂੰ ਵੇਖ ਵੇਖ ਕੇ ਰੋਗ ਰੋਂਦੇ ਆ, ਹੈ ਮੇਰਾ ਚਾਚਾ ਸੀ, ਮੇਰਾ ਮਾਮਾ ਸੀ, ਮੇਰਾ ਤਾਇਆ ਸੀ, ਮੇਰਾ ਬਾਪੂ ਸੀ। ਦੇਹ ਨੂੰ ਰੋਂਦੇ ਪਰ ਵਿੱਚ ਤਾਂ ਨਿਕਲ ਗਿਆ ਜਿਹੜਾ ਤੇਰਾ ਬਾਪੂ ਸੀਗਾ ਅਸਲ ਵਿੱਚ, ਉਹ ਤਾਂ ਨਿਕਲ ਗਿਆ। ਦੇਹ ਤੇਰੀ ਕੀ ਲੱਗਦੀ ਹੈ। ਮਹਾਰਾਜ ਕਹਿੰਦੇ ਭਾਈ ਇਹ ਵਿਜੋਗ ਜਿਹੜਾ ਵਿਛੋੜਾ ਪੈਣਾ ਨਾ ਸੰਸਾਰ ਤੋਂ, ਇਹ ਵੀ ਅਸਚਰਜੀ ਹੈ। ਵੇਖੋ ਜੀਵ ਫਿਰ ਰੋਣ ਲੱਗ ਪੈਂਦੇ ਆ। ਵਿਸਮਾਦ ਭੁੱਖ। ਫਿਰ ਜਿਹੜੀ ਭੁੱਖ ਲੱਗਦੀ ਹੈ ਸਾਧ ਸੰਗਤ ਜੀ, ਇਹ ਜਦੋਂ ਜੀਵ ਨੂੰ ਭੁੱਖ ਲੱਗਦੀ ਹੈ ਤੇ ਇਹ ਖਾ ਲੈਂਦਾ, ਫਿਰ ਇਹਨੂੰ ਚੇਤਾ ਭੁੱਲ ਜਾਂਦਾ ਹੈ। ਚੇਤਾ ਕਦੋਂ ਆਉਂਦਾ ਹੈ? ਫਿਰ ਜਦੋਂ ਭੁੱਖ ਲੱਗਦੀ ਹੈ। ਮਹਾਰਾਜ ਕਹਿੰਦੇ ਭੁੱਖ ਵੀ ਵੇਖੋ ਵਿਸਮਾਦ ਹੀ ਹੈ ਨਾ। ਕਿੰਨੇ ਤਰ੍ਹਾਂ ਦੇ ਖਾਣੇ ਖਾ ਖਾ ਕਰਕੇ ਇਹਨੂੰ ਤ੍ਰਿਪਤੀ ਨਹੀਂ ਆਉਂਦੀ। ਘੜੀ ਪਲ ਲਈ ਕਹਿੰਦਾ ਹਾਂ ਬਈ ਰੱਜ ਗਏ, ਪਰ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਫੇਰ ਦੂਜਾ ਪੈਰ ਨਹੀਂ ਲੰਘਦਾ ਤੇ ਕਹਿੰਦਾ ਲਿਆਓ ਰੋਟੀ, ਭੁੱਖ ਲੱਗੀ ਹੈ। ਇਹ ਭੁੱਖ ਵੀ ਤਾਂ ਵਿਸਮਾਦ ਹੈ। ਇਹ ਜੀ ਵਿਸਮਾਦ ਕਿੱਦਾਂ? ਮਹਾਰਾਜ ਕਹਿੰਦੇ ਵੀ ਲਿਆਓ ਭੁੱਖ ਦੀ ਸ਼ਕਲ ਵਿਖਾਓ ਕਿਹੋ ਜੀ ਹੈ। ਭੁੱਖ ਬਾਹਰ ਕੱਢ ਕੇ ਵਿਖਾਓ। ਉਹ ਕਹਿੰਦਾ ਮੈਨੂੰ ਲੱਗੀ ਹੈ। ਮਹਾਰਾਜ ਕਹਿੰਦੇ ਵਿਸਮਾਦ ਹੈ, ਅਸਚਰਜ ਹੈ, ਇਹ ਲੱਗਦੀ ਹੈ। ਫਿਰ ਜੀਵ ਰੋਟੀਆਂ ਖਾ ਲੈਂਦਾ ਭੁੱਖ ਦਾ ਮਾਰਿਆ ਕਿੰਨੀਆਂ ਕਿੰਨੀਆਂ। ਇਹ ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਭੁੱਖ ਹੈ ਨਾ, ਇਹ ਵੀ ਵਿਸਮਾਦ ਰੂਪ ਹੈ। ਵਿਸਮਾਦ ਭੋਗ। ਤੇ ਜਿਹੜੇ ਭੋਗਾਂ ਨੂੰ ਭੋਗਦਾ ਹੈ ਰਸਾਂ ਵਿੱਚ ਫਸਿਆ ਹੋਇਆ, ਮਹਾਰਾਜ ਕਹਿੰਦੇ ਭਾਵੀ ਇਹ ਵੀ ਵਿਸਮਾਦ ਹੀ ਹੈ ਨਾ। ਉਹਨਾਂ ਭੋਗਾਂ ਵਿੱਚ ਮੇਰੇ ਵਾਹਿਗੁਰੂ ਨੇ ਰਸ ਭਰ ਛੱਡਿਆ ਏ। ਵਿਸਮਾਦ ਸਿਫਤ। ਫਿਰ ਵਾਹਿਗੁਰੂ ਜੀ ਦੀ ਸਿਫਤ ਜਿਹੜੀ ਹੈ ਨਾ, ਮਹਾਰਾਜ ਕਹਿੰਦੇ ਭਾਈ ਇਹ ਵੀ ਵਿਸਮਾਦ ਰੂਪ ਹੈ, ਅਸਚਰਜ ਰੂਪ ਹੈ। ਵਿਸਮਾਦ ਸਾਲਾਹ। ਜਿਹੜਾ ਸੰਗਤ ਵਿੱਚ ਬਹਿ ਕਰਕੇ ਸਲਾਹ ਕਰਨੀ ਹੈ, ਇਹ ਵੀ ਵਿਸਮਾਦ ਰੂਪ ਹੈ। ਕਿਉਂ ਵਿਸਮਾਦ ਰੂਪ ਹੈ? ਮਹਾਰਾਜ ਕਹਿੰਦੇ ਦੁਨੀਆ ਦੇ ਹੋਰ ਦੁੰਦਵਾਦ ਤੋਂ ਛੁੱਟ ਕੇ ਨਿਰੰਕਾਰ ਵੱਲ ਨੂੰ ਜੁੜ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਵੀ ਭਾਈ ਅਸਚਰਜੀ ਹੈ ਜਦੋਂ ਜੀਵ ਬੰਧਨਾਂ ਤੋਂ ਛੁੱਟ ਜਾਂਦਾ ਹੈ, ਸਲਾਹ ਕਰਦਾ, ਸਿਫਤ ਕਰਦਾ, ਆਪਣੇ ਮਨ ਨੂੰ ਪਵਿੱਤਰ ਕਰ ਲੈਂਦਾ ਏ। ਵਿਸਮਾਦ ਉਜੜ। ਤੇ ਵਿਸਮਾਦ ਉਜੜ। ਮਹਾਰਾਜ ਕਹਿੰਦੇ ਅਸਚਰਜੀ ਹੈ ਨਾ ਕਿ ਉਜਾੜ ਨੂੰ ਪਿਆ ਰਹਿੰਦਾ ਹੈ, ਵਿਕਾਰਾਂ ਵਾਲੇ ਬੀਆਬਾਨ ਰਾਹਾਂ ਤੇ ਤੁਰਿਆ ਰਹਿੰਦਾ ਹੈ। ਵਿਕਾਰਾਂ ਦੀਆਂ ਝਾੜੀਆਂ 'ਚ ਹੀ ਫਸਿਆ ਹੋਇਆ, ਝਰੀਟਾਂ ਹੀ ਖਾਂਦਾ ਰਹਿੰਦਾ ਈਰਖਾ ਦੀਆਂ। ਇਹ ਵੀ ਵਿਸਮਾਦ ਹੀ ਹੈ, ਅਸਚਰਜੀ ਹੈ। ਵਿਸਮਾਦ ਰਾਹ। ਤੇ ਵਿਸਮਾਦ ਹੀ ਹੈ ਜਿਨ੍ਹਾਂ ਨੂੰ ਰਾਹ ਲੱਭ ਪੈਂਦਾ ਹੈ ਸੰਗਤ ਦਾ। ਵਿਸਮਾਦ ਨੇੜਾ। ਮਹਾਰਾਜ ਕਹਿੰਦੇ ਭਾਈ ਅਸਚਰਜੀ ਹੈ ਜਿਨ੍ਹਾਂ ਨੂੰ ਨੇੜੇ ਦਿਸ ਪੈਂਦਾ ਹੈ ਪਰਮੇਸ਼ਰ। ਵਿਸਮਾਦ ਦੂਰ। ਤੇ ਵਿਸਮਾਦ ਹੀ ਹੈ ਜਿਨ੍ਹਾਂ ਨਿਆਇਕਾਂ ਨੂੰ ਕਹਿੰਦੇ ਆ ਪਰਮੇਸ਼ਰ ਤਾਂ ਇੱਕ ਦੇਸੀ ਹੈ, ਦੂਰ ਹੈ, ਲਾਗੇ ਥੋੜ੍ਹਾ ਸਾਡੇ।
ਸਾਡੇ ਦੁੱਖਾਂ ਸੁੱਖਾਂ ਚੋਂ ਕੀ ਹੈ, ਉਹ ਭੋਗਦਾ ਸਾਡੇ ਦੁੱਖ ਸੁੱਖ। ਉਹਨਾਂ ਨੂੰ ਇਸ ਗੱਲ ਦੀ ਸੋਝੀ ਨਹੀਂ। ਮਹਾਰਾਜ ਕਹਿੰਦੇ ਦੂਰ ਸਮਝਦੇ ਆ, ਜਿਵੇਂ ਕਿਹਾ ਗਾਵੇ ਕੋ ਜਾਪੈ ਦਿਸੈ ਦੂਰ, ਕਿਸੇ ਨੂੰ ਦੂਰ ਭਾਸ ਰਿਹਾ ਪਰਮੇਸ਼ਰ। ਮਹਾਰਾਜ ਕਹਿੰਦੇ ਅਸਚਰਜੀ ਹੈ ਨਾ, ਜਿਹੜਾ ਨੇੜੇ ਤੋਂ ਨੇੜੇ ਆ ਉਹਨੂੰ ਦੂਰ ਦੱਸ ਰਹੇ ਆ, ਅਸਚਰਜ ਹੈ। ਵਿਸਮਾਦ ਦੇਖਾ ਹਾਜ਼ਰਾ ਹਜੂਰ। ਅਸਚਰਜੀ ਹੈ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਹਾਜ਼ਰ ਤੋਂ ਨੇੜੇ ਵਾਹਿਗੁਰੂ ਦਿਸ ਪੈਂਦਾ ਹੈ, ਉਹ ਤਾਂ ਅਸਚਰਜੀ ਹੋ ਜਾਂਦੇ ਆ। ਵੇਖ ਵਿਡਾਣ ਰਹਿਆ ਵਿਸਮਾਦ। ਸਤਿਗੁਰੂ ਜੀ ਕਹਿੰਦੇ ਵੇਖ ਵਿਡਾਣ, ਉਸ ਵਿਡਾਣ ਅਨੋਖੇ ਸਰੂਪ ਨੂੰ, ਅਸਚਰਜ ਰੂਪ ਨੂੰ ਵੇਖ ਕਰਕੇ ਤੇ ਜੀਵ ਕੀ ਹੁੰਦਾ ਕੋਈ ਦੱਸ ਸਕਦਾ? ਮਹਾਰਾਜ ਕਹਿੰਦੇ ਵੇਖ ਵਿਡਾਣ ਰਹਿਆ ਵਿਸਮਾਦ, ਉਹ ਵਿਸਮਾਦ ਹੀ ਹੋ ਜਾਂਦਾ। ਫਲਾ ਕੇ ਪੁੱਛੋ ਕੀ ਵੇਖਿਆ ਈ, ਕੁਛ ਨਹੀਂ ਦੱਸਿਆ ਜਾਂਦਾ। ਕਹਿੰਦਾ ਮੈਂ ਅਸਚਰਜ ਵੇਖ ਲਿਆ ਹੈ, ਮੈਂ ਅਸਚਰਜ ਵੇਖ ਲਿਆ ਹੈ। ਉਹ ਤੇ ਵੇਖਿਆ ਕੀ ਹੈ? ਕਹਿੰਦਾ ਅਸਚਰਜ ਹੈ, ਵਿਸਮਾਦ ਹੈ। ਇਹੀ ਇਹਦਾ ਨਾਮ ਰੂਪ ਹੈ। ਮਹਾਰਾਜ ਕਹਿੰਦੇ ਜਿਨ ਵੇਖ ਲਿਆ ਉਹ ਵਿਸਮਾਦ ਰੂਪੀ ਹੋ ਜਾਂਦਾ ਏ। ਨਾਨਕ ਬੁਝਣ ਪੂਰਾ ਭਾਗ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹਦੇ ਭਾਗ ਪੂਰੇ ਜਾਗਦੇ ਆ ਨਾ, ਉਹ ਗੁਰੂ ਜੀ ਦੁਆਰਾ ਬੁੱਝ ਲੈਂਦੇ ਆ ਵਿਸਮਾਦ ਰੂਪ ਨੂੰ। ਮਹੱਲਾ ਪਹਿਲਾ। ਹੁਣ ਆਰੰਭ ਤੋਂ ਫਿਰ ਇਹ ਸ਼ਲੋਕ ਪੜੋ ਜੀ। ਵਿਸਮਾਦ ਨਾਦ। ਸਾਧ ਸੰਗਤ ਜੀ ਵਿਸਮਾਦ ਦੋਹਾਂ ਚੀਜ਼ਾਂ 'ਚ ਵਰਤਦਾ ਕੇਵਲ, ਇੱਕ ਤਾਂ ਪਰਮੇਸ਼ਰ 'ਚ ਤੇ ਇੱਕ ਮਾਇਆ 'ਚ। ਹੋਰ ਤੀਜੀ ਚੀਜ਼ ਕੋਈ ਵਿਸਮਾਦ ਹੈ ਨਹੀਂ। ਮਾਇਆ ਵੀ ਅਸਚਰਜ ਹੈ। ਇਹ ਪਹਿਲਾਂ ਮਾਇਆ ਦੀ ਅਸਚਰਜਤਾ ਹੀ ਦੱਸੀ ਹੈ ਮਹਾਰਾਜ ਜੀ ਨੇ ਇਸ ਸ਼ਲੋਕ ਦੇ ਅੰਦਰ, ਕਿ ਮਾਇਆ ਕਰਕੇ ਜੀਵ ਹੈ, ਮਾਇਆ ਕਰਕੇ ਭੇਦ ਹੈ, ਉਹਨਾਂ ਵਿੱਚ ਫਰਕ ਹੈ। ਤੇ ਪਰਮੇਸ਼ਰ ਦੀ ਪੈਦਾ ਕੀਤੀ ਹੋਈ ਮਾਇਆ ਹੈ, ਵਾਹਿਗੁਰੂ ਦੀ ਪੈਦਾ ਕੀਤੀ ਹੋਈ ਇਹ ਮਾਇਆ, ਤੇ ਮਾਇਆ ਵੀ ਅਸਚਰਜੀ ਹੈ। ਜਦੋਂ ਉਹ ਕਿਹਾ ਸੀ ਨਾ ਨਾਰਦ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਕਿ ਮਹਾਰਾਜ ਇਹ ਮਾਇਆ ਕੀ ਚੀਜ਼ ਹੈ, ਨਹੀਂ ਮੈਨੂੰ ਵਿਆਪ ਸਕਦੀ। ਉਹ ਸਾਖੀ ਤਾਂ ਲੰਬੀ ਹੈ। ਕ੍ਰਿਸ਼ਨ ਜੀ ਕਹਿੰਦੇ ਮਾਇਆ ਬੜੀ ਵੱਡੀ ਹੈ ਨਾਰਦ, ਤੂੰ ਮਾਇਆ ਦੇ ਛਲ ਤੋਂ ਬਚ ਨਹੀਂ ਕੋਈ ਵੀ ਸਕਦਾ। ਕਹਿੰਦਾ ਨਾ ਜੀ। ਕ੍ਰਿਸ਼ਨ ਜੀ ਨੇ ਬਥੇਰਾ ਕਿਹਾ, ਕਹਿੰਦੇ ਮੇਰੀ ਦੇਹ ਦਾ ਆਕਾਰ ਵੀ ਮਾਇਆ ਹੈ ਨਾਰਦ, ਤੂੰ ਕੀ ਮਾਇਆ ਬਾਰੇ ਪੁੱਛਦਾ? ਇਹ ਤਾਂ ਆਕਾਰ ਵੀ ਸਾਰੇ ਮਾਇਆ ਦੇ ਹੀ ਧਾਰੇ ਹੋਏ ਆ, ਤੇ ਜੇ ਮਾਇਆ ਨਹੀਂ ਫਿਰ ਕੋਈ ਆਕਾਰ ਨਹੀਂ ਹੈਗਾ। ਪਿੱਛੇ ਆਪਾਂ ਸੁਣਿਆ ਸੀ ਨਾ ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਉਹ ਆਕਾਰ ਕਲਪਤ ਕੀਤੇ ਹੋਏ ਮਹਾਰਾਜ ਕਹਿੰਦੇ ਭਾਈ ਤਾਂ ਸੱਚੇ ਐ। ਇੱਕ ਤਾਂ ਪਰਮੇਸ਼ਰ ਦੇ ਬਣਾਏ ਐ, ਇੱਕ ਉਹਦੇ ਵਿੱਚ ਹੀ ਕਲਪਤ ਹਨ। ਤੇ ਜੇ ਆਕਾਰ ਹੈ ਤਾਂ ਫਿਰ ਸਾਧ ਸੰਗਤ ਜੀ ਮਾਇਆ ਹੈ। ਜਿੱਥੇ ਆਕਾਰ ਨਹੀਂ, ਪੁੱਛਿਆ ਸੀ ਸਿੱਧਾ ਨੇ ਮਹਾਰਾਜ ਉੱਥੇ ਕੋਈ ਆਕਾਰ ਤਾਂ ਹੋਊ? ਮਹਾਰਾਜ ਕਹਿੰਦੇ ਤਿੱਥੈ ਲੋ ਆਕਾਰ, ਉੱਥੇ ਤਾਂ ਪ੍ਰਕਾਸ਼ ਹੀ ਪ੍ਰਕਾਸ਼ ਹੈ। ਪ੍ਰਕਾਸ਼ ਦਾ ਆਕਾਰ ਕੀ ਕਹੀਏ? ਸਾਧ ਸੰਗਤ ਜੀ ਜਿੰਨਾ ਵੱਡਾ ਕੋਈ ਬਰਤਨ ਹੋਵੇ ਓਨੇ 'ਚ ਹੀ ਪ੍ਰਕਾਸ਼ ਫੈਲ ਜਾਂਦਾ ਹੈ। ਨਿਰੰਕਾਰ ਨੂੰ ਜਿੱਦਾਂ ਦਾ ਕੋਈ ਅਨੁਭਵ ਕਰੇ ਉਦਾਂ ਦਾ ਹੀ ਉਹਨੂੰ ਅਨੁਭਵ ਹੋਣ ਲੱਗ ਪੈਂਦਾ ਹੈ। ਭਗਤ ਦੀ ਸ਼ਰਧਾ, ਜਿਸ ਤਰ੍ਹਾਂ ਦਾ ਮਨ ਵਿੱਚ ਉਹ ਭਾਵਨਾ ਕਰਦਾ ਉਸੇ ਰੂਪ ਵਿੱਚ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਇੱਕ ਪੰਡਤ ਜੀ ਨੇ ਕਿਹਾ ਮੈਂ ਤਾਂ ਮੰਨਾਂ ਜੇ ਮੈਨੂੰ ਕ੍ਰਿਸ਼ਨ ਜੀ ਦੇ ਰੂਪ 'ਚ ਦਰਸ਼ਨ ਹੋਣ। ਤੇ ਗੁਰੂ ਅਮਰਦਾਸ ਸਾਹਿਬ ਤਖਤ ਤੇ ਬੈਠੇ ਉਵੇਂ ਸੰਖ ਚੱਕਾ ਜਿਹੜੀ ਸੀਗੀ ਨਾ, ਸੰਖ ਚੱਕਰ ਗਦਾ ਪਦਮ ਸਭ ਕੁਝ ਉਹਨੂੰ ਦਿਸਣ ਲੱਗ ਪਿਆ। ਸਤਿਗੁਰੂ ਜੀ ਦਾ ਉਹ ਸਰੂਪ ਵੇਖ ਕੇ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗ ਗਿਆ ਸਿੱਖੀ ਲਈ, ਕਿਉਂਕਿ ਗੁਰੂ ਸਾਹਿਬ ਨਿਰੰਕਾਰ ਨੇ। ਨਿਰੰਕਾਰ ਤੋਂ ਭਿੰਨ ਤਾਂ ਆਕਾਰ ਹੀ ਕੋਈ ਨਹੀਂ। ਤੇ ਨਿਰੰਕਾਰ ਕਿਉਂ ਕਹਿੰਦੇ ਆ ਜਿਹਦਾ ਆਕਾਰ ਕੋਈ ਨਹੀਂ? ਦੱਸੋ ਇੱਥੇ ਬੁੱਧੀ ਕੀ ਸਮਝ ਲੇਗੀ? ਇਹ ਵਿਸਮਾਦ ਬੁੱਧੀ ਦੇ ਸਮਝਣ ਤੋਂ ਪਰੇ ਹੈ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜੋ ਸਿੱਖਿਆ ਦਿੱਤੀ ਹੈ ਨਾ ਸਾਧ ਸੰਗਤ ਜੀ, ਇਹ ਗੁਰਬਾਣੀ ਇੰਨੀ ਅਮੀਰ ਹੈ ਕਿ ਸ਼ਾਇਦ ਆਉਣ ਵਾਲੀਆਂ ਸਦੀਆਂ ਵੀ ਇਸ ਬਾਣੀ ਨੂੰ ਸਮਝ ਨਹੀਂ ਸਕਣਗੀਆਂ। ਜਦੋਂ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ ਨਾ ਉਦੋਂ ਕਪਾਟ ਖੁੱਲਦੇ ਆ, ਉਦੋਂ ਫਿਰ ਸੋਝੀ ਆਉਂਦੀ ਹੈ। ਵਿਸਮਾਦ ਦੇ ਸਪਰਸ਼ ਨੂੰ ਜਦੋਂ ਪਾਉਂਦਾ ਹੈ ਨਾ ਮਨੁੱਖ, ਉਹਦੇ ਇੱਕ ਇੱਕ ਰੋਮ ਵਿੱਚ ਝਰਨਾਟ ਛਿੜ ਜਾਂਦੀ ਹੈ। ਮਹਾਰਾਜ ਸਾਹਿਬ ਜੀ ਨੇ ਕਿਹਾ ਬਿਸਮਨ ਬਿਸਮ ਰਹੇ ਬਿਸਮਾਦ, ਜਿਨ ਬੁਝਿਆ ਤਿਸ ਆਇਆ ਸਵਾਦ। ਜਿਨੇ ਬੁੱਝ ਲਿਆ ਨਾ ਉਹਨੂੰ ਇੰਨਾ ਸਵਾਦ ਆਉਂਦਾ
ਨਸ਼ੇ ਵਿੱਚ ਮਨੁੱਖ ਹੋਵੇ ਤੇ ਉਹਨੂੰ ਬਾਹਰਲਾ ਹੀ ਨਸ਼ਾ ਉਹਨੂੰ ਪਤਾ ਹੀ ਨਹੀਂ ਹੁੰਦਾ ਆਲਾ ਦੁਆਲਾ। ਵਾਹਿਗੁਰੂ ਨੂੰ ਹੀ ਸਭ ਰੂਪ ਜਾਣ ਕਰਕੇ ਤੇ ਰੂਪਾਂ ਤੋਂ ਰਹਿਤ ਜਾਣ ਕਰਕੇ ਉਹ ਆਪਣੇ ਆਪ ਵਿੱਚ ਹੀ ਸਾਧ ਸੰਗਤ ਜੀ ਸਮਾ ਜਾਂਦੇ ਆ। ਅਚਰਜ ਵੈ ਸਭ ਕੁਝ। ਇਸ ਖੇਡ ਨੂੰ ਸਿਆਣਪ ਨਾਲ ਨਹੀਂ ਸਮਝਿਆ ਜਾਂਦਾ, ਗੁਰੂ ਕਿਰਪਾ ਦੇ ਨਾਲ ਸਾਧ ਸੰਗਤ ਜੀ ਇਹ ਖੇਡ ਵਰਤਦੀ ਹੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਹੈ ਕਿ ਜਦੋਂ ਵਾਹਿਗੁਰੂ ਰੂਪ ਵਿਸਮਾਦ ਪ੍ਰਾਪਤ ਹੁੰਦਾ ਹੈ ਤੇ ਫਿਰ ਸਾਧ ਸੰਗਤ ਜੀ ਕੀ ਬਖਸ਼ਿਸ਼ ਹੁੰਦੀ ਹੈ। ਹਜੂਰ ਫਰਮਾਉਂਦੇ ਹੈ ਪਹਿਲਾਂ ਮਾਇਆ ਦਾ ਵਿਸਮਾਦ ਮਹਾਰਾਜ ਦੱਸਿਆ ਸੀ। ਉਹ ਨਾਰਦ ਦਾ ਸੰਕਲਪ ਇਹ ਸੀਗਾ ਕਿ ਮੈਂ ਮਾਇਆ ਨੂੰ ਜਿੱਤ ਸਕਦਾ ਹਾਂ। ਕ੍ਰਿਸ਼ਨ ਜੀ ਨੇ ਫਿਰ ਕਿਹਾ ਚੰਗਾ ਤੈਨੂੰ ਮਾਇਆ ਦਿਖਾਉਨੇ ਆ। ਉਹ ਨਦੀ 'ਚ ਨਹਾਉਣ ਲੱਗ ਪਏ, ਕਹਿੰਦੇ ਆ ਨਾਰਦ ਇੱਥੇ ਨਹਾ ਲਈਏ ਥੋੜਾ ਚਿਰ ਫਿਰ ਚੱਲਦੇ ਆ। ਉਹ ਨਦੀ 'ਚ ਨਹਾਉਂਦਾ ਨਾਰਦ ਰੁੜ ਗਿਆ, ਮਾਇਆ ਵਿਖਾਉਣੀ ਸੀ, ਰੁੜ ਗਿਆ। ਪਰਲੇ ਕੰਢੇ ਜਾ ਨਿਕਲਿਆ, ਉਹਦੀ ਦੇਹ ਪਲਟ ਗਈ, ਇਸਤਰੀ ਰੂਪ ਵਿੱਚ ਨਿਕਲਿਆ। ਧੋਬੀ ਨੇ ਸੋਹਣੀ ਜਾਣ ਕੇ ਵਰ ਲਈ ਫਿਰ, ਤੇ ਉਹਦੇ ਕੋ ਨਾਲੇ ਤੇ ਕੱਪੜੇ ਧੋਇਆ ਕਰਨੇ, ਨਾਲੇ ਉਹ ਤੋਂ ਸੰਤਾਨ ਪੈਦਾ ਕਰ ਲਈ। ਕਿੰਨੇ ਬੱਚੇ ਹੋ ਗਏ, ਕਿੰਨੇ ਸਾਲ ਹੀ ਜਿਵੇਂ ਉਹਨੂੰ ਲੱਗਾ ਲੰਘ ਗਏ। ਤੇ ਇਹ ਹੋਇਆ ਸਭ ਕੁਝ ਖਿਨ ਮਾਤਰ ਚ ਹੀ, ਹੋਇਆ ਸਭ ਕੁਝ ਖਿਨ ਮਾਤਰ ਚ ਹੀ ਹੈ। ਤੇ ਜਦੋਂ ਬਹੁਤ ਬੱਚੇ ਹੋ ਗਏ ਨਾ, ਨਾਰਦ ਇੱਕ ਦਿਨ ਫਿਰ ਆਪਣੇ ਲੈ ਕੇ ਬੱਚਿਆਂ ਨੂੰ ਤੇ ਇਸਤਰੀ ਰੂਪ ਵਿੱਚ ਹੈ ਤੇ ਕੱਪੜੇ ਧੋਣ ਆਇਆ। ਕੱਪੜੇ ਧੋਂਦਾ ਫਿਰ ਨਾਰਦ ਰੁੜ ਗਿਆ ਨਦੀ 'ਚ ਤੇ ਪਾਰਲੇ ਕੰਢੇ ਜਾਣ ਲੱਗਾ। ਕ੍ਰਿਸ਼ਨ ਜੀ ਕੱਪੜੇ ਪਾ ਰਹੇ ਸੀ ਇੰਨੇ ਚਿਰ ਨੂੰ, ਤੇ ਕ੍ਰਿਸ਼ਨ ਜੀ ਕਹਿੰਦੇ ਨਾਰਦ ਚੱਲੀਏ। ਨਾਰਦ ਕਹਿੰਦਾ ਮਹਾਰਾਜ ਮੇਰੇ ਬੱਚੇ ਪਰਲੇ ਕੰਢੇ। ਕ੍ਰਿਸ਼ਨ ਜੀ ਕਹਿੰਦੇ ਤੂੰ ਨਾਰਦ ਹੈ, ਦੇਵ ਰਖੀ ਹੈ, ਕੀ ਤੈਨੂੰ ਹੋ ਗਿਆ, ਤੇਰੇ ਬੱਚੇ ਕਾਹਦੇ? ਨਹੀਂ ਮਹਾਰਾਜ ਮੈਂ ਤਾਂ ਇੰਨੇ ਸਾਲ ਉੱਥੇ ਧੋਬੀ ਮੇਰਾ ਪਤੀ ਸੀ, ਮਾਇਆ ਚੜ ਗਈ ਕਿ। ਫਿਰ ਕ੍ਰਿਸ਼ਨ ਜੀ ਨੇ ਚਪੇੜ ਮਾਰੀ ਉਹਦੇ ਇੱਕ ਖਿੱਚ ਕੇ। ਜਦੋਂ ਮਾਰੀ ਚਪੇੜ ਤੇ ਸਾਰੀ ਮਾਇਆ ਗੁੰਮ ਹੋ ਗਈ। ਕ੍ਰਿਸ਼ਨ ਜੀ ਦੇ ਪਿੱਛੇ ਤੁਰ ਪਿਆ, ਕਹਿਣ ਲੱਗਾ ਮਹਾਰਾਜ ਏਡੀ ਪ੍ਰਬਾਲਾ ਮਾਇਆ। ਕ੍ਰਿਸ਼ਨ ਜੀ ਕਹਿੰਦੇ ਸਭ ਆਕਾਰ ਮਾਇਆ ਰੂਪ ਹੈ। ਜਿੱਥੇ ਆਕਾਰ ਨਹੀਂ, ਜਿੱਥੇ ਆਪਣੇ ਆਪ ਵਿੱਚ ਉਹ ਆਪ ਹੈ, ਉੱਥੇ ਮਾਇਆ ਨਹੀਂ ਹੈ। ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਾਇਆ ਦੀ ਵਿਸਮਾਦਤਾ ਹੀ ਦਿਖਾਈ ਹੈ। ਹੁਣ ਮਹਾਰਾਜ ਸਾਹਿਬ ਜੀ ਵਾਹਿਗੁਰੂ ਜੀ ਦੀ ਵਿਸਮਾਦਤਾ ਹੀ ਹਜੂਰ ਦੱਸਦੇ ਆ। ਵਿਸਮਾਦ ਨਾਦ। ਸਤਿਗੁਰੂ ਜੀ ਕਹਿੰਦੇ ਜਿਹੜਾ ਨਾਦ ਸ਼ਬਦ ਹੈ ਨਾ, ਕਿੱਡਾ ਵਿਸਮਾਦ ਹੈ। ਸ਼ੇਖ ਬ੍ਰਹਮ ਇਸ ਨਾਦ ਸ਼ਬਦ ਦੇ ਨਾਲ ਹੀ ਜਦੋਂ ਗੁਰੂ ਜੀ ਦਾ ਸ਼ਬਦ ਲੈਂਦਾ ਹੈ, ਵਾਹਿਗੁਰੂ ਨਾਦ ਹੀ ਹੈ ਨਾ। ਗੁਰਬਾਣੀ ਸਾਰੀ ਨਾਦ ਰੂਪ ਹੈ। ਤੇ ਜਦੋਂ ਸਤਿਗੁਰੂ ਦੀ ਬਾਣੀ ਜਿਵੇਂ ਕਥਾ ਤੁਸੀਂ ਨਾਦ ਰੂਪ ਸੁਣ ਰਹੇ ਆ ਕੰਨਾਂ ਦੇ ਨਾਲ, ਇਹ ਜਿਵੇਂ ਜਿਵੇਂ ਤੁਹਾਨੂੰ ਸੁਣ ਰਿਹਾ ਮਹਾਰਾਜ ਕਹਿੰਦੇ ਸ਼ਬਦ ਦੇ ਨਾਲ ਗਿਆਨ ਦਾ ਪ੍ਰਗਟ ਹੋ ਜਾਣਾ ਕਿੱਡਾ ਵਿਸਮਾਦ ਹੈ। ਇਹ ਸ਼ਬਦ ਹੈ ਨਾ ਜਿਹੜਾ ਨਾਦ, ਮਹਾਰਾਜ ਜੀ ਕਹਿੰਦੇ ਵਿਸਮਾਦ ਹੈ, ਕਿਉਂਕਿ ਪਰਮੇਸ਼ਰ ਨਾਦ ਰੂਪ ਹੈ ਆਪ। ਉਹਨੇ ਇਸ ਨਾਦ ਦੇ ਨਾਲ ਹੀ ਜਿਹੜੀ ਹੈ ਨਾ ਸਾਰੀ ਕਾਇਨਾਤ ਰਚ ਦਿੱਤੀ ਹੈ। ਇਸ ਨਾਦ ਕਰਕੇ, ਸ਼ਬਦ ਕਰਕੇ ਹੀ ਮਹਾਰਾਜ ਕਹਿੰਦੇ ਸਾਰੀ ਇਹ ਜਿੰਨੀ ਕਾਇਨਾਤ ਦਿਸਦੀ ਹੈ। ਤੇ ਨਾਦ ਸ਼ਬਦ ਬ੍ਰਹਮ ਉਹ ਆਪ ਹੈ, ਨਾਦ ਰੂਪ ਉਹ ਆਪ ਹੈ। ਮਹਾਰਾਜ ਕਹਿੰਦੇ ਇਸ ਕਰਕੇ ਵਿਸਮਾਦ ਹੈ ਇਹ ਨਾਦ ਵੀ, ਜਿਹੜਾ ਸ਼ਬਦ ਪ੍ਰਗਟ ਹੋ ਰਿਹਾ। ਜਿਹੜੇ ਸਾਧ ਸੰਗਤ ਜੀ ਧੁਨੀ ਦਾ ਜਾਪ ਕਰਦੇ ਆ ਨਾ, ਧਿਆਨ ਲਾ ਕਰਕੇ, ਤੇ ਉਹ ਜਿਵੇਂ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਨਾ, ਓੰਕਾਰ, ਇਹ ਧੁਨੀ ਬਣ ਰਹੀ ਹੈ। ਇਸ ਧੁਨ ਦੇ ਨਾਲ ਉਹ ਜੁੜਦੇ। ਇਹਦੇ ਮੂਹਰੇ ਮਹਾਰਾਜ ਏਕਾ ਲਾਇਆ। ਪਹਿਲੋਂ ਓਮ ਇਹ ਸ਼ਬਦ ਪੜ੍ਹਦੇ ਸੀਗੇ। ਸਤਿਗੁਰੂ ਜੀ ਨੇ ਕਿਹਾ ਭਾਈ ਇਹਦੇ ਵਿੱਚ ਤਾਂ ਜਿਹੜੇ ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ ਹੀ ਹੈ, ਮਾਇਆ ਦੇ 3 ਗੁਣ ਹੀ ਹੈ, ਤੇ ਪਰਮੇਸ਼ਰ ਕਿੱਥੇ ਹੈ? ਮਹਾਰਾਜ ਦੱਸੋ। ਸਤਿਗੁਰੂ ਕਹਿੰਦੇ ਓੰਕਾਰ, ਉਹ ਕਾਰ ਰੂਪ ਪਰਮੇਸ਼ਰ ਜਿਹਦਾ ਆਦਿ ਤੇ ਅੰਤ ਕੋਈ ਨਹੀਂ। ਉਹਦੇ ਤੋਂ ਅੱਗੇ ਮਹਾਰਾਜ ਕਹਿੰਦੇ ਭਾਈ ਇਹ ਉਤਪਤੀ ਹੋਈ ਹੈ ਜਦੋਂ ਉਹਨੇ ਓੰਕਾਰ ਸ਼ਬਦ ਕਿਹਾ, ਤੇ ਫਿਰ ਸਾਰਾ ਇਹ ਪਸਾਰਾ ਪਸਰਿਆ ਹੈ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਭੇਦ ਨਿਰਮਏ। ਵਿਸਮਾਦ ਨਹੀਂ ਹੈ ਨਾਦ।
ਇੱਕ ਨਾਦ ਦੇ ਨਾਲ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਭ ਬਣਾ ਛੱਡੇ, ਸਭ ਪਹਾੜ ਧਰਤੀ ਦਰਿਆ ਸਭ ਇੱਕ ਨਾਦ ਨਾਲ ਹੀ ਬਣਾ ਦਿੱਤੇ ਆ। ਮਹਾਰਾਜ ਜੀ ਕਹਿੰਦੇ ਭਾਈ ਇਹ ਨਾਦ ਵੀ ਜਿਹੜਾ ਨਾ ਇਹ ਅਸਚਰਜ ਹੈ। ਵਿਸਮਾਦ ਵੇਦ ਤੇ ਵੇਦ ਤੋਂ ਹੈ ਗਿਆਨ। ਮਹਾਰਾਜ ਜੀ ਕਹਿੰਦੇ ਭਾਈ ਇਹ ਗਿਆਨ ਵੀ ਅਸਚਰਜ ਹੀ ਹੈ। ਜਦੋਂ ਗਿਆਨ ਹੋ ਜਾਂਦਾ ਉਹਨੂੰ ਸੋਝੀ ਪੈ ਜਾਂਦੀ ਹੈ ਵੀ ਇਹ ਦੇਹਾਂ ਨਹੀਂ ਨਿਭਦੀਆਂ ਨਾਲ ਤਾਂ ਨਿਭਣ ਵਾਲਾ ਕੇਵਲ ਗੁਰੂ ਜੀ ਦਾ ਮੰਤਰ ਹੈ, ਪਰਮੇਸ਼ਰ ਦਾ ਨਾਮ ਹੈ। ਇਸ ਕਰਕੇ ਉਹ ਅਸਚਰਜ ਨਾਦ ਦੇ ਨਾਲ ਜੁੜ ਜਾਂਦੇ ਆ, ਕਿਉਂਕਿ ਉਹਨਾਂ ਨੂੰ ਗਿਆਨ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਗਿਆਨ ਵੀ ਭਾਈ ਅਸਚਰਜ ਹੀ ਹੈ। ਮਹਾਰਾਜ ਜੀ ਕਹਿੰਦੇ ਇਸ ਗਿਆਨ ਕਰਕੇ ਹੀ ਜੀਵ ਨੂੰ ਆਪਣੇ ਬ੍ਰਹਮ ਰੂਪ ਦਾ ਪਤਾ ਲੱਗ ਜਾਂਦਾ ਹੈ ਕਿ ਮੈਂ ਬੂੰਦ ਨਹੀਂ, ਮੈਂ ਤਾਂ ਸਮੁੰਦਰ ਵਾਂ, ਮੈਂ ਜੀਵ ਨਹੀਂ, ਮੈਂ ਤਾਂ ਬ੍ਰਹਮ ਹਾਂ। ਇਹ ਮਹਾਰਾਜ ਕਹਿੰਦੇ ਭਾਈ ਵੇਖੋ ਇਹ ਜਿਹੜਾ ਵੇਦ ਗਿਆਨ ਹੈ ਇਹ ਵੀ ਅਸਚਰਜ ਹੈ। ਵਿਸਮਾਦ ਜੀਵ ਫਿਰ ਮਹਾਰਾਜ ਕਹਿੰਦੇ ਜਿਹੜੇ ਜੀਵ ਹਨ ਇਹ ਵੀ ਕਿੱਡਾ ਵਿਸਮਾਦ ਹੈ ਕਿ ਜੀਵ ਪੁਣੇ ਵਿੱਚ ਫਸੇ ਹੋਏ ਆ। ਤੇ ਵੇਖੋ ਮਹਾਰਾਜ ਕਹਿੰਦੇ ਭਾਈ ਇਹ ਕਿੱਡਾ ਵਿਸਮਾਦ ਹੈ। ਜੀਵ ਜਿਹੜਾ ਨਾ ਸਾਧ ਸੰਗਤ ਜੀ ਇਹਦੇ ਅੰਦਰ ਮਹਾਰਾਜ ਜੀ ਨੇ ਕਿਹਾ ਕਿ ਜਿਹੜੀ ਸਵਾਸ ਹੈ ਨਾ ਪ੍ਰਾਣ, ਇਹ ਸਾਧ ਸੰਗਤ ਜੀ ਵੇਖੋ ਹਵਾ ਹੀ ਹੈ ਨਾ। 10 ਹਵਾਵਾਂ ਸਾਡੇ ਅੰਦਰ ਚੱਲਦੀਆਂ ਨੇ ਤੇ ਜਿਹੜੇ ਪ੍ਰਾਣ ਨੇ ਸਾਡੇ ਸਾਹ ਬਣੇ ਹੋਏ ਆ। ਕੂਰਮ ਹਵਾ ਕਰਕੇ ਸਾਡੀਆਂ ਅੱਖਾਂ ਬੰਦ ਹੁੰਦੀਆਂ ਤੇ ਖੁੱਲਦੀਆਂ ਨੇ, ਕ੍ਰਿਕਲ ਹਵਾ ਕਰਕੇ ਸਾਨੂੰ ਛਿੱਕ ਆਉਂਦੀ ਹੈ ਤੇ ਸਾਧ ਸੰਗਤ ਜੀ ਉਹ ਵਾਸੀ ਵੀ ਆਉਂਦੀ ਹੈ। ਫਿਰ ਨਾਭੀ ਵਿੱਚ ਕੋਈ ਹਵਾ ਹੈ, ਕੋਈ ਹਿਰਦੇ ਵਿੱਚ ਹਵਾ ਹੈ। ਇਸ ਤਰ੍ਹਾਂ ਇਹ ਸਾਰੀਆਂ 10 ਹਵਾਵਾਂ ਗਿਣੀਆਂ ਤੇ 10ਵੀਂ ਹਵਾ ਧਨਜੈ ਹਵਾ ਹੈ। ਇਹ 9 ਹਵਾ ਜਦੋਂ ਜੀਵ ਦੇ ਪ੍ਰਾਣ ਨਿਕਲਦੇ ਆ ਨਾ, ਛਿਜਾ ਦੇ ਖੁੱਲਾ ਇੱਕ ਗੰਢ, ਜਦੋਂ ਸਵਾਸਾਂ ਦੀ ਅੰਦਰੋਂ ਗੰਢ ਖੁੱਲਦੀ ਹੈ ਨਾ, ਇਹ ਹਿਰਦੇ ਤੋਂ ਥੱਲੇ ਮੰਨੀ ਹੈ ਜੋਗੀਆਂ ਨੇ ਗੰਢ। ਜਦੋਂ ਇਹ ਗੰਢ ਖੁੱਲਦੀ ਹੈ ਤੇ ਜੀਵ ਦੇ ਉਸੇ ਵੇਲੇ ਸਵਾਸ ਨਿਕਲ ਜਾਂਦੇ। 9 ਹਵਾਵਾਂ ਜੀਵ ਦੇ ਸਰੀਰ ਵਿੱਚੋਂ ਬਾਹਰ ਆ ਜਾਂਦੀਆਂ। ਧਨੰਜੈ ਹਵਾ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਦੇਹ ਦਾ ਸੰਸਕਾਰ ਨਹੀਂ ਕਰਦੇ। ਇਹ ਧਨੰਜੈ ਹਵਾ ਜਦੋਂ ਫਿਰ ਮਹਾਰਾਜ ਕਹਿੰਦੇ ਆ ਪਵਨ ਮੈਂ ਪਵਨ ਸਮਾਇਆ, ਜਦੋਂ ਸੰਸਕਾਰ ਹੋ ਜਾਂਦਾ ਹੈ ਤੇ ਮਾਟੀ ਰਲ ਜਾਇਆ, ਫਿਰ ਮਿੱਟੀ ਤੇ ਮਿੱਟੀ ਰਲ ਜਾਂਦੀ ਹੈ। ਇਉਂ ਸਤਿਗੁਰੂ ਜੀ ਕਹਿੰਦੇ ਭਾਈ ਇਹ ਜੀਵ ਦਾ ਜਿਹੜਾ ਦਿਸਣਾ ਹੈ ਨਾ, ਹੈ ਤਾਂ ਸਭ ਕੁਝ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ। ਕਿਤੇ ਜਲ ਦੀ ਵੀ ਕੰਧ ਵੇਖੀ ਹੈ, ਅਸਚਰਜ ਨਹੀਂ ਹੈ ਇਹ ਜੀਵ। ਮਹਾਰਾਜ ਜੀ ਕਹਿੰਦੇ ਭਾਈ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸਾ ਵਿਚਾਰਾ, ਇਹ ਜੀਵ ਵੀ ਅਸਚਰਜ ਹੈ। ਵਿਸਮਾਦ ਭੇਦ ਤੇ ਫਿਰ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਭੇਦ ਪਿਆ ਰਹਿੰਦਾ ਜੀਵ ਦੇ ਅੰਦਰ ਕਿ ਮੈਂ ਜੀਵ ਹਾਂ, ਮੈਂ ਜੀਵ ਹਾਂ। ਜੀਵ ਦਾ ਭੇਦ ਹੈ, ਜੀਵ ਜੜ ਦਾ ਭੇਦ ਹੈ, ਜੀਵ ਈਸ਼ ਦਾ ਭੇਦ ਹੈ। ਉਹਨੂੰ ਭੇਦ ਹੀ ਪਿਆ ਰਹਿੰਦਾ ਕਿ ਮੈਂ ਬ੍ਰਹਮ ਤੋਂ ਵੱਖਰਾ ਹਾਂ ਤੇ ਹੈ ਤਾਂ ਬ੍ਰਹਮ ਰੂਪ ਹੀ। ਬੂੰਦ ਨੂੰ ਹੁਣ ਭੇਦ ਹੀ ਪਿਆ ਰਵੇ ਕਿ ਮੈਂ ਬੂੰਦ ਆ, ਤੇ ਬੂੰਦ ਨੂੰ ਕੋਈ ਦੱਸੇ ਤੂੰ ਬੂੰਦ ਤੇ ਹੈਗੀ ਪਰ ਤੇਰੇ 'ਚ ਹੈ ਕੀ ਆ? ਪਾਣੀ। ਤੇ ਸਮੁੰਦਰ ਦਾ ਨਾਂ ਹੀ ਸਮੁੰਦਰ ਧਰਿਆ, ਉਹਦੇ ਵਿੱਚ ਤਾਂ ਪਾਣੀ ਹੈ ਨਾ। ਤੇਰੇ 'ਚ ਵੀ ਪਾਣੀ ਹੈ, ਉਹਦੇ 'ਚ ਵੀ ਪਾਣੀ ਹੈ। ਵਾਹਿਗੁਰੂ ਉਹ ਸੱਤਾ ਰੂਪ ਹੈ, ਉਹਦੀ ਸੱਤਾ ਹੀ ਤੇਰੇ ਅੰਦਰ ਹੈ ਤੇ ਤੂੰ ਇਹ ਭੇਦ ਸਮਝਿਆ ਹੋਇਆ। ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਜੀਵ ਦੇ ਅੰਦਰ ਭੇਦ ਪਿਆ ਹੋਇਆ ਨਾ, ਇਹ ਵੀ ਵਿਸਮਾਦ ਹੀ ਆ, ਅਸਚਰਜ ਹੀ ਹੈ। ਜੋ ਉਹਨਾਂ ਨੂੰ ਬ੍ਰਹਮ ਦਾ ਪਤਾ ਹੀ ਨਹੀਂ ਲੱਗ ਰਿਹਾ, ਬ੍ਰਹਮ ਰੂਪ ਹੋ ਕੇ ਨਹੀਂ ਪਤਾ ਲੱਗ ਰਿਹਾ। ਪਰਮੇਸ਼ਰ ਨੂੰ ਪਾਉਣਾ ਤਾਂ ਕੀ ਹੈ? ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਉਹ ਤਾਂ ਹਰ ਥਾਂ ਤੇ ਵਿਰਾਜਮਾਨ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਦਾ ਦਿੱਤਾ ਗਿਆਨ ਹੀ ਕਪਾਟ ਖੋਲਦਾ ਨਾ। ਫਿਰ ਮਹਾਰਾਜ ਕਹਿੰਦੇ ਅਸਚਰਜ ਹੀ ਹੈ ਨਾ। ਵੇਖੋ ਭੇਦ ਪਿਆ ਰਹਿੰਦਾ, ਫਰਕ ਪਿਆ ਰਹਿੰਦਾ। ਉਸ ਭੇਦ 'ਚ ਹੀ ਜੀਵ ਰੋਂਦੇ ਰਹਿੰਦੇ, ਹਾਏ ਮਰ ਗਏ, ਕੀ ਕਰੀਏ, ਕੁਛ ਨਹੀਂ ਬਣਦਾ, ਮਾਇਆ 'ਚ ਹੀ ਲੱਗੇ ਰਹਿੰਦੇ ਆ। ਇਹ ਭੇਦ ਜਿਹੜਾ ਹੈ ਪਰਮੇਸ਼ਰ ਦਾ ਪਾਇਆ ਹੋਇਆ, ਮਹਾਰਾਜ ਕਹਿੰਦੇ ਅਸਚਰਜ ਰੂਪ ਹੀ ਹੈ, ਵਿਸਮਾਦ ਰੂਪ। ਫਿਰ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਦਿਲ ਦੀ ਸਫਾਈ ਵਾਲਾ ਬ੍ਰਹਮ ਵੇਤੇ ਦਾ ਰੂਪ ਹੈ ਨਾ, ਵਿਸਮਾਦ ਹੀ ਹੈ। ਕੋਈ ਕਿੰਨਾ ਕਪਟ ਛਲ ਕਰੀ ਜਾਵੇ ਉਹਨਾਂ ਦੇ ਨਾਲ, ਉਹਨਾਂ ਨੂੰ ਕੋਈ ਅਸਰ ਨਹੀਂ। ਕਿੰਨਾ ਕੋਈ ਧੋਖਾ ਧੜੀ ਕਰੀ ਜਾਵੇ, ਉਹ ਕਹਿੰਦੇ ਭਾਈ ਧੋਖਾ ਧੜੀ ਕਰਨ ਵਾਲਾ ਸਮਝ ਰਿਹਾ ਹੁੰਦਾ ਕਿ ਮੈਂ ਇਹਨਾਂ ਨੂੰ ਬੁੱਧੂ ਬਣਾ ਰਿਹਾ। ਮਹਾਂਪੁਰਖ ਅੰਦਰੋਂ ਹੱਸਦੇ ਹੁੰਦੇ ਆ, ਮੂਰਖ ਤੂੰ ਆਪ ਬਣ ਰਿਹਾ।
ਉਹਨਾਂ ਦੀ ਜਿਹੜਾ ਦਿਲ ਦੀ ਸਫਾਈ ਵਾਲਾ ਰੂਪ ਹੈ ਨਾ, ਮਹਾਰਾਜ ਕਹਿੰਦੇ ਕਿਸੇ ਨਾਲ ਕੋਈ ਉਹਨਾਂ ਦਾ ਵੈਰ ਨਹੀਂ, ਵਿਰੋਧ ਨਹੀਂ। ਇਹ ਮਹਾਰਾਜ ਕਹਿੰਦੇ ਵਿਸਮਾਦ ਰੂਪ ਹੈ। ਵਿਸਮਾਦ ਰੰਗ। ਤੇ ਫਿਰ ਸਾਧ ਸੰਗਤ ਜੀ, ਜਿਹੜਾ ਰੰਗ ਦਾ ਅਰਥ ਹੈ ਇਹ ਪ੍ਰੇਮ, ਇਹ ਅੰਤਰੀਵ ਅਰਥ ਚੱਲ ਰਹੇ ਹੁਣ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਉਹਨਾਂ ਨੂੰ ਪ੍ਰੇਮ ਲੱਗ ਗਿਆ ਨਾ, ਵਿਸਮਾਦ ਹੀ ਹੈ। ਉਸ ਪ੍ਰੇਮ ਵਿੱਚ ਵੇਖ ਲਓ, ਏਕਲ ਵੰਜੇ ਬੈਠੇ ਹੋਏ ਅੱਖਾਂ ਚੋਂ ਅਥਰੂ ਸੁੱਟਦੇ ਰਹਿੰਦੇ ਆ, ਕਦੇ ਹੱਸ ਪੈਂਦੇ ਆ। ਇਹ ਵਿਸਮਾਦ ਨਹੀਂ? ਜਦੋਂ ਪਰਮੇਸ਼ਰ ਉਹਨਾਂ ਨਾਲ ਚੋਜ ਕਰਦਾ, ਕਦੇ ਹੱਸਦੇ ਆ, ਰੰਗ ਹੱਸਾ ਹੈ, ਰੰਗ ਰੋਵ ਹੈ, ਚੁੱਪ ਭੀ ਕਰ ਜਾ ਹੈ, ਪਰ ਅੰਦਰੋਂ ਅਵਸਥਾ ਹੁੰਦੀ ਹੈ ਪ੍ਰਵਾਹ ਨਹੀਂ, ਕਿਸੇ ਕੇਰੀ ਬਾਜ ਸੱਚੇ ਨਾ ਹੈ। ਵਾਹਿਗੁਰੂ ਤੋਂ ਬਿਨਾ ਕੋਈ ਕਿਸੇ ਦੀ ਪਰਵਾਹ ਨਹੀਂ ਕਰਦੇ। ਕਦੇ ਵਿਰਾਗ ਵਿੱਚ ਆ ਕਰਕੇ ਰੋਣ ਲੱਗ ਜਾਂਦੇ ਆ, ਕਦੇ ਉਹਦਾ ਰੂਪ ਵੇਖ ਕੇ ਹੱਸਣ ਲੱਗ ਪੈਂਦੇ, ਉਹਦੇ ਚੋਜ ਵੇਖ ਕੇ। ਮਹਾਰਾਜ ਕਹਿੰਦੇ ਪ੍ਰੇਮ ਵੀ ਅਸਚਰਜ ਵੈ। ਇਹ ਪ੍ਰੇਮ ਦੀ ਕਸਕ ਜਿਹਨੂੰ ਲੱਗਦੀ, ਉਹਨੂੰ ਵੇਖ ਕੇ ਪੁੱਛ ਕੇ ਵੇਖੋ ਕਿ ਪ੍ਰੀਤ ਕੀ ਹੈ। ਸਾਧ ਸੰਗਤ ਜੀ, ਜਿਨ੍ਹਾਂ ਨੂੰ ਸਤਿਗੁਰਾਂ ਨੇ ਪ੍ਰੀਤ ਲਾਈ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਿੱਖ ਇਸ ਉੱਤਮ ਪ੍ਰੀਤ ਦੇ ਸਾਧ ਸੰਗਤ ਜੀ ਪਾਤਰ ਬਣੇ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਭਾਈ ਭਗੀਰਥ ਨੂੰ ਇਹ ਪ੍ਰੇਮ ਲਾਇਆ। ਵੇਖ ਲੋ, ਕਾਲੀ ਦੇਵੀ ਦਾ ਉਪਾਸ਼ਕ ਸੀਗਾ ਤੇ ਭਾਈ ਭਗੀਰਥ ਮਲਸੀਹਾਂ ਦੇ ਰਹਿਣ ਵਾਲੇ, ਨਿਰਛਲ ਸੀ ਸੁਭਾਅ। ਦੇਵੀ ਨੂੰ ਕਹਿੰਦੇ ਆ, ਦੇਵੀ ਮੈਨੂੰ ਮੁਕਤ ਦੇ। ਦੇਵੀ ਦੇ ਮੰਦਿਰ ਚ ਸੌਂਗੇ, ਰਾਤ ਸੁਪਨਾ ਆਇਆ। ਦੇਵੀ ਨੇ ਕਿਹਾ, ਭਾਈ ਭਗੀਰਥ ਮੁਕਤੀ ਸਾਡੇ ਕੋਲ ਨਹੀਂ ਹੈ। ਨਿਰੰਕਾਰ ਨੇ ਰੂਪ ਧਾਰ ਲਿਆ ਹੈ, ਸਰੀਰ ਧਾਰ ਲਿਆ ਹੈ ਮਨੁੱਖਾਂ ਵਾਲਾ, ਤੇ ਇਸ ਸਮੇਂ ਤੇਰੇ ਨਗਰ ਦੇ ਨੇੜੇ ਹੀ ਸੁਲਤਾਨਪੁਰ ਲੋਧੀ ਵਿੱਚ ਸੰਸਾਰੀਆਂ ਵਾਲੀ ਕਾਰ ਪਏ ਕਰਦੇ ਐ। ਹੱਟ ਚਲਾ ਰਹੇ, ਜਾ ਚਲੇ ਜਾ, ਉਹ ਤੈਨੂੰ ਮੁਕਤੀ ਦਾ ਪ੍ਰਸਾਦ ਦੇ ਦੇਣਗੇ। ਅਸੀਂ ਵੀ ਉਹਨਾਂ ਦੇ ਚਰਨਾਂ ਤੋਂ ਹੀ ਸਭ ਕੁਝ ਮੰਗਦੇ ਆ। ਕੇਵਲ ਉਹਨਾਂ ਨੇ ਗੁਪਤ ਕੀਤਾ ਹੋਇਆ ਸਾਰਾ ਕੁਝ, ਤੇ ਛੇਤੀ ਹੀ ਉਹਨਾਂ ਨੇ ਧਰਤੀ ਦਾ ਰਟਨ ਆਰੰਭ ਕਰਨਾ, ਸੜਦੀ ਬਲਦੀ ਸ੍ਰਿਸ਼ਟੀ ਤੇ ਛੱਟਾ ਦੇਣਾ। ਜਾ ਭਾਈ ਭਗੀਰਥ ਉਹਨਾਂ ਦੀ ਸ਼ਰਨ ਚਲੇ ਜਾ। ਭਾਈ ਭਗੀਰਥ ਜਦੋਂ ਸੁਲਤਾਨਪੁਰ ਆਏ, ਹਜੂਰ ਹੱਟ ਤੇ ਬੈਠੇ ਕਾਰ ਕਰ ਰਹੇ ਸੀ। ਸੱਚੇ ਪਾਤਸ਼ਾਹ ਹੱਥ ਵਿੱਚ ਤੱਕੜੀ ਫੜੀ ਹੋਈ ਆ, 13 ਦੀ ਰੱਟ ਕੀਤੀ ਹੋਈ। ਗਰੀਬ ਨਵਾਜ ਆਪ ਉਸ ਪ੍ਰੇਮ ਵਿੱਚ ਭਿੱਜੇ ਹੋਏ ਆ। ਜਦੋਂ 13 ਤੇ ਆ ਜਾਂਦੇ ਆ, ਮਹਾਰਾਜ ਕਹਿੰਦੇ 13 ਹੀ ਆ। 13 ਕਹਿ ਕੇ ਜਦੋਂ ਸਤਿਗੁਰੂ ਵੰਡਦੇ ਆ, ਭਾਈ ਬਾਲਾ ਜੀ ਕਹਿੰਦੇ ਪਿੱਛੇ ਉਵੇਂ ਹੀ ਸਭ ਕੁਝ ਫੇਰ ਭਰਿਆ ਹੋਇਆ ਹੈ। ਨਾ ਘਿਓ ਮੁੱਕਦਾ, ਨਾ ਖੰਡ ਮੁੱਕਦੀ ਹੈ। ਕਹਿੰਦਾ ਮੈਂ ਵੀ, ਮੇਰੀ ਬਿਰਤੀ ਅਸਚਰਜ ਹੀ ਰਹਿ ਜਾਂਦੀ ਹੈ। ਮਹਾਰਾਜ ਜਦੋਂ ਪ੍ਰੇਮ ਦੇ ਵੇਗ ਵਿੱਚ ਆਪ ਵਹਿੰਦੇ ਆ ਨਾ ਸਤਿਗੁਰੂ, ਫਿਰ ਮਹਾਰਾਜ ਉਪਦੇਸ਼ ਦਿੰਦੇ ਸੱਚੇ ਪਾਤਸ਼ਾਹ ਸਨਮੁਖ ਬਿਰਤੀ ਹੋ ਜਾਂਦੀ ਗਰੀਬ ਨਵਾਜ ਦੀ। ਸਿੱਧਾ ਨੇ ਵੀ ਮਹਾਰਾਜ ਨੂੰ ਜਦੋਂ ਪੁੱਛਿਆ ਨਾ, ਜਿਹੜੇ ਸਨਮੁਖ ਬਿਰਤੀ ਨਾਲ ਸ਼ਬਦ ਉਚਾਰੇ, ਪੁੱਛਿਆ ਮਹਾਰਾਜ ਨੂੰ ਕਿ ਮਹਾਰਾਜ ਪਰਮੇਸ਼ਰ ਦਾ ਦਰ ਘਰ ਕਿਹੋ ਜਿਹਾ ਹੈ? ਤੇ ਸਤਿਗੁਰੂ ਜਦੋਂ ਦੱਸਣ ਲੱਗੇ ਤੇ ਮਹਾਰਾਜ ਸਾਹਿਬ ਉਸ ਪ੍ਰੇਮ ਦੇ ਵੇਗ ਵਿੱਚ ਜੁੜ ਗਏ ਆਪ। ਫਿਰ ਮਹਾਰਾਜ ਸਿੱਧਾ ਨੂੰ ਨਹੀਂ ਸੰਬੋਧਨ ਹੋ ਰਹੇ, ਮਹਾਰਾਜ ਨਿਰੰਕਾਰ ਨੂੰ ਸੰਬੋਧਨ ਹੋ ਕੇ ਪ੍ਰੀਤ ਵਿੱਚ ਭਿੱਜ ਕੇ ਕਹਿ ਰਹੇ ਨੇ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸਮਾਲੇ। ਮਹਾਰਾਜ ਸਾਹਿਬ ਸਿੱਧਾ ਨੂੰ ਨਹੀਂ ਸੰਬੋਧਨ ਹੋ ਰਹੇ, ਵਾਹਿਗੁਰੂ ਨੂੰ ਸੰਬੋਧਨ ਹੋ ਕੇ ਕਹਿੰਦੇ ਆ, ਹੇ ਵਾਹਿਗੁਰੂ, ਤੇਰਾ ਉਹ ਘਰ ਕਿਹੋ ਜਿਹਾ ਜਿੱਥੇ ਬਹਿ ਕੇ ਤੂੰ ਸਾਰਿਆਂ ਨੂੰ ਸੰਭਾਲ ਰਿਹਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਪ੍ਰੇਮ ਅਸਚਰਜ ਹੈ। ਜਿਹਨੂੰ ਲੱਗ ਗਿਆ ਉਹਨੂੰ ਪੁੱਛੋ ਕਿਹੋ ਜਿਹਾ ਵਿਸਮਾਦ ਹੈ ਇਸ ਪ੍ਰੇਮ ਦੇ ਅੰਦਰ। ਪ੍ਰੇਮ ਮਹਾਰਾਜ ਕਹਿੰਦੇ ਆਪਣੇ ਆਪ ਵਿੱਚ ਵਿਸਮਾਦ ਰੂਪ ਹੈ, ਜਿਹਦੀ ਬਾਬਤ ਮਹਾਰਾਜ ਕਿਹਾ, ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸਚਰਜੀ ਹੈ ਨਾ, ਪ੍ਰੇਮ ਦੀ ਰੀਤ ਵਿੱਚ ਬੱਝਾ ਹੋਇਆ ਮੇਰਾ ਵਾਹਿਗੁਰੂ ਸਾਖਿਆਤ ਹੋ ਜਾਂਦਾ। ਸਾਰੇ ਹੀ ਛੌੜ ਕੱਟ ਦਿੰਦਾ, ਸਾਰੇ ਭਰਮ ਲਾ ਦਿੰਦਾ, ਸਾਰੇ ਡਰ ਲਾ ਦਿੰਦਾ ਕਿ ਇੰਨਾ ਪ੍ਰੇਮ ਮੇਰੇ ਨਾਲ ਕੀਤਾ ਹੀ, ਮੈਂ ਹੁਣ ਤੈਨੂੰ ਕੀ ਪੜਦਾ ਰੱਖਾਂ। ਸਾਰੇ ਪੜਦੇ ਹੀ ਵਾਹਿਗੁਰੂ ਜੀ ਚੱਕ ਦਿੰਦੇ। ਮਹਾਰਾਜ ਕਹਿੰਦੇ ਪ੍ਰੇਮ ਵੀ ਸ਼ੇਖ ਬ੍ਰਹਮ, ਅਸਚਰਜ ਹੈ ਵਿਸਮਾਦ ਹੈ। ਵਿਸਮਾਦ ਨਾ ਕੇ ਫਿਰਹਿ ਜੰਤ। ਫਿਰ ਸਤਿਗੁਰੂ ਜੀ ਕਹਿੰਦੇ ਜਿਹੜੇ ਭਾਈ ਨੰਗੇ ਫਿਰ ਰਹੇ ਆ ਜੰਤ ਜੀਵ, ਇਹ ਵੀ ਵਿਸਮਾਦ ਹੀ ਹੈ। ਮਹਾਰਾਜ ਕਹਿੰਦੇ ਸ਼ਰਮ ਸੁਰਤ ਦਾ ਕੱਪੜਾ ਹੁੰਦਾ ਹੈ ਨਾ, ਸ਼ਰਮ ਸੁਰਤ ਦਾ ਕੱਪੜਾ ਪਹਿਰੇ। ਜਿਹੜੇ ਸ਼ਰਮ ਤੇ ਸੁਰਤ ਦਾ ਕੱਪੜਾ ਵੀ ਨਹੀਂ ਪਹਿਰਦੇ, ਮਹਾਰਾਜ ਕਹਿੰਦੇ ਵਿਸਮਾਦ ਹੀ ਹੈ ਨਾ, ਜਿਨ੍ਹਾਂ ਨੂੰ ਪਾਪ ਕਰਦਿਆਂ ਵੀ ਸੰਗ ਨਹੀਂ ਆ ਰਹੀ। ਇਹ ਅੰਤਰੀ ਅਰਥਾਂ ਤੋਂ ਸਮਝਣਾ ਕਿ ਜਿਹੜੇ ਸਾਧ ਸੰਗਤ ਜੀ ਦੁਨੀਆ ਦੇ ਅੰਦਰ ਕਪਟ ਤੇ ਛਲ ਕਰਦੇ ਆ, ਮਹਾਰਾਜ ਕਹਿੰਦੇ ਸਾਨੂੰ ਤਾਂ ਉਹ ਵੀ ਵਿਸਮਾਦ ਦਿਸਦੇ ਆ, ਕਿਉਂਕਿ ਉਹ ਆਪਣੇ ਆਪ ਨਹੀਂ ਅਸਲ ਵਿੱਚ ਕਪਟ ਤੇ ਛਲ ਕਰ ਰਹੇ ਆ।
ਆਪਣਾ ਜੀਵਨ ਹੀ ਖਰਾਬ ਕਰ ਰਹੇ ਹੈ। ਸਤਿਗੁਰੂ ਜੀ ਕਹਿੰਦੇ ਭਾਈ ਇਹ ਬਾਹਰੀ ਅਰਥ ਹੈ ਕਿ ਜਿਹੜੇ ਨੰਗੇ ਫਿਰ ਰਹੇ ਆ, ਜਿਨ੍ਹਾਂ ਨੇ ਕੋਈ ਕੱਪੜਾ ਨਹੀਂ ਪਾਇਆ, ਮਹਾਰਾਜ ਨੂੰ ਹਿਰਨ ਫਿਰਦੇ ਹੋਏ ਸਤਿਗੁਰੂ ਜੀ ਨੂੰ ਵਿਸਮਾਦ ਦਿਸਦੇ ਆ, ਪਰ ਸਾਨੂੰ ਉਸ ਵਿੱਚ ਕੋਈ ਵਿਸਮਾਦ ਨਹੀਂ ਦਿਸਦਾ। ਪਰ ਜਿਹਨੂੰ ਪ੍ਰੇਮ ਲੱਗ ਜਾਂਦਾ ਹੈ ਉਹਨੂੰ ਸਾਰੀ ਸ੍ਰਿਸ਼ਟੀ ਵਿਸਮਾਦ ਰੂਪ ਦਿਸਣ ਲੱਗ ਪੈਂਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਸ਼ਰਮ ਸੁਰਤ ਦਾ ਕੱਪੜਾ ਤਿਆਗ ਕਰਕੇ ਅੰਦਰੋਂ ਪਾਪਾਂ ਕਰਕੇ ਨੰਗੇ ਹੋ ਜਾਂਦੇ, ਵਿਸਮਾਦ ਹੀ ਹੈ। ਜਿਹਨੂੰ ਸਾਧ ਸੰਗਤ ਜੀ ਕਾਮ ਨੇ ਨੰਗਿਆਂ ਕਰ ਛੱਡਿਆ, ਕਿੰਨੇ ਬਾਹਰੋਂ ਕੱਪੜੇ ਪਾ ਲਏ, ਕੀ ਉਹਨੂੰ ਇੱਜ਼ਤ ਢੱਕੀ ਜਾਣੀ ਹੈ। ਜਿਹਨੂੰ ਕ੍ਰੋਧ ਨੇ ਸਾਧ ਸੰਗਤ ਜੀ ਜਿਹੜੀ ਇੱਜ਼ਤ ਗਵਾਤੀ ਹੈ, ਉਹਨੇ ਕੀ ਆਪਣੀ ਸੰਸਾਰ ਵਿੱਚ ਪ੍ਰਸਿੱਧੀ ਪਾ ਲੈਣੀ ਹੈ। ਇਹ ਮਹਾਰਾਜ ਜੀ ਕਹਿੰਦੇ ਭਾਈ ਇਹ ਵੀ ਵਿਸਮਾਦ ਹੀ ਹੈ, ਵਕਾਰਾਂ ਕਰਕੇ ਜਿਹੜੇ ਭਾਈ ਨੰਗੇ ਹੋ ਰਹੇ ਆ। ਵਿਸਮਾਦ ਪਾਉਣ। ਤੇ ਫਿਰ ਮਹਾਰਾਜ ਕਹਿੰਦੇ ਪਾਉਣ ਦੀ ਤਰ੍ਹਾਂ ਮਹਾਤਮਾ ਜਿਹੜੇ ਆ ਨਾ ਉਹ ਸਾਧ ਸੰਗਤ ਜੀ ਨਿਰਲੇਪ ਹੁੰਦੇ ਆ ਦੁੱਖਾਂ ਸੁੱਖਾਂ ਤੋਂ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਨਿਰਲੇਪਤਾਈ ਵੀ ਵਿਸਮਾਦ ਹੀ ਹੈ ਨਾ। ਜਿਹੜੀ ਪਾਉਣ ਹੈ ਸਾਧ ਸੰਗਤ ਜੀ ਇਹ ਗੰਦਗੀ ਨੂੰ ਵੀ ਛੁੰਹਦੀ ਹੈ ਤੇ ਫੁੱਲਾਂ ਨੂੰ ਵੀ ਛੁੰਹਦੀ ਹੈ। ਇਹ ਖੁਸ਼ਬੂ ਦੀ ਜਿਹੜੀ ਫੁੱਲ ਦੀ ਖੁਸ਼ਬੂ ਹੈ ਉਹਦੇ ਤੋਂ ਵੀ ਨਿਰਲੇਪ ਹੈ ਤੇ ਗੰਦਗੀ ਦੀ ਬਦਬੂ ਤੋਂ ਵੀ ਨਿਰਲੇਪ ਹੈ। ਮਹਾਤਮਾ ਸੰਸਾਰ ਦੇ ਦੁੱਖਾਂ ਤੋਂ ਵੀ ਨਿਰਲੇਪ ਹੈ ਤੇ ਸੁੱਖਾਂ ਤੋਂ ਵੀ ਨਿਰਲੇਪ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਪਾਉਣ ਦੀ ਤਰ੍ਹਾਂ ਜਿਹੜੇ ਨਿਰਲੇਪ ਹੋ ਜਾਂਦੇ ਵੀ ਵਿਸਮਾਦ ਹੈ, ਅਸਚਰਜ ਹੈ। ਵਿਸਮਾਦ ਪਾਣੀ। ਤੇ ਮਹਾਰਾਜ ਜੀ ਕਹਿੰਦੇ ਭਾਈ ਪਾਣੀ ਦੀ ਤਰ੍ਹਾਂ ਜਿਨ੍ਹਾਂ ਦਾ ਹਿਰਦਾ ਸ਼ੀਤਲ ਹੋ ਗਿਆ ਹੈ, ਜਿਨ੍ਹਾਂ ਦੀ ਤ੍ਰਿਪਤੀ ਹੋ ਗਈ ਹੈ ਵੀ ਵਿਸਮਾਦ ਹੀ ਹੈ। ਮਹਾਰਾਜ ਕਹਿੰਦੇ ਵਕਾਰਾਂ ਤੋਂ ਹਿਰਦਾ ਸ਼ਾਂਤ ਹੋ ਗਿਆ, ਠੰਡਾ ਹੋ ਗਿਆ ਪਾਣੀ ਦੀ ਨਿਆਈ। ਵਿਸਮਾਦ ਅਗਨੀ ਖੇਡਹਿ ਵਿਡਾਣੀ। ਫਿਰ ਸਤਿਗੁਰੂ ਜੀ ਕਹਿੰਦੇ ਵਿਸਮਾਦ ਅਸਚਰਜੀ ਹੈ ਨਾ। ਇਹ ਅੱਗ ਜਿਹੜੀ ਬਾਹਰਲੀ ਅੱਗ ਸੁਣੀ ਸੀ, ਮਹਾਰਾਜ ਕਹਿੰਦੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਕੋਈ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ, ਬਿਨਾਂ ਹੀ ਅੱਗ ਤੋਂ ਸੜੀ ਜਾ ਰਿਹਾ, ਕ੍ਰੋਧ ਦੀ ਅਗਨੀ ਵਿੱਚ ਸੜ ਰਿਹਾ ਹੈ, ਵਿਡਾਣ ਨਹੀਂ ਹੈ, ਅਸਚਰਜੀ ਹੈ। ਮਹਾਰਾਜ ਜੀ ਕਹਿੰਦੇ ਭਾਈ ਚਿੰਤਾ ਵੀ ਚਿਖਾ ਰੂਪ ਹੈ। ਇਸ ਪ੍ਰਕਾਰ ਇਹ ਵਿਡਾਣ ਅਸਚਰਜ ਜਿਹੜੀ ਅੰਦਰ ਦੀਆਂ ਅਗਨੀਆਂ ਨਾ, ਇਹ ਮਹਾਰਾਜ ਜੀ ਕਹਿੰਦੇ ਭਾਵੀ ਇਹ ਵੀ ਅਸਚਰਜ ਹੀ ਹਨ। ਵਿਸਮਾਦ ਧਰਤੀ। ਫਿਰ ਸਤਿਗੁਰੂ ਕਹਿੰਦੇ ਧਰਤੀ ਦੀ ਨਿਆਈ ਜਿਨ੍ਹਾਂ ਵਿੱਚ ਨਿਮਰਤਾ ਆ ਗਈ ਹੈ, ਇੰਨੀ ਨਿਮਰਤਾ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦੇ ਐ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਇ। ਧਰਤੀ ਦੀ ਨਿਆਈ ਜਿਨ੍ਹਾਂ ਵਿੱਚ ਨਿਮਰਤਾ ਆ ਗਈ, ਮਹਾਰਾਜ ਕਹਿੰਦੇ ਨਿਮਰਤਾ ਵੀ ਅਸਚਰਜੀ ਹੈ, ਵੱਖਰਾ ਹੀ ਸਵਾਦ ਬਖਸ਼ਿਸ਼ ਕਰਦੀ ਆ। ਵਿਸਮਾਦ ਖਾਣੀ। ਫਿਰ ਚਾਰ ਖਾਣੀਆਂ, ਪਹਿਲਾਂ ਧਰਤੀ ਤੋਂ ਖਾਣ ਦਾ ਅਰਥ ਸੁਣਿਆ ਸੀ, ਅੰਡਜ ਜੇਰਜ ਸੇਤਜ ਉਤਪੁਜ। ਸਾਧ ਸੰਗਤ ਜੀ ਇਹ ਚਾਰ ਖਾਣੀਆਂ ਵੀ ਅਸਚਰਜੀ ਹੈ। ਵੇਖੋ ਪਸੀਨੇ ਤੋਂ ਹੀ ਜੀਵ ਪੈਦਾ ਹੋਈ ਜਾ ਰਹੇ ਆ, ਜੇਰ ਤੋਂ ਜੀਵ ਪੈਦਾ ਹੋ ਰਹੇ ਆ। ਫਿਰ ਵੇਖੋ ਉਤਪਜ ਧਰਤੀ ਤੋਂ ਜੀਵ ਪੈਦਾ ਹੋ ਰਹੇ ਆ। ਸਤਿਗੁਰੂ ਜੀ ਕਹਿੰਦੇ ਭਾਈ ਇਹ ਖਾਣੀਆਂ ਵੀ ਅਸਚਰਜੀ ਹੈ ਤੇ ਇਹਨਾਂ ਖਾਣੀਆਂ ਤੋਂ ਤੂੰ ਅਸਚਰਜ ਹੈ ਪਰਮੇਸ਼ਰ, ਕਿਉਂਕਿ ਤੂੰ ਕਿਸੇ ਖਾਣੀ ਰਹੀ ਨਹੀਂ ਆਉਂਦਾ। ਤੈਨੂੰ ਤਾਂ ਆਉਣ ਜਾਣ ਲੱਗਿਆ ਕਿਸੇ ਦੀ ਕੋਈ ਪਰਮਿਸ਼ਨ ਲੈਣੀ ਹੁੰਦੀ ਹੈ। ਰਾਜੇ ਨੇ, ਰਾਜਾ ਤਾਂ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਪ੍ਰਗਟ ਹੋ ਸਕਦਾ, ਸਾਖਿਆਤ ਹੋ ਸਕਦਾ, ਕਿਉਂਕਿ ਉਹ ਤਾਂ ਹੈ ਹੀ ਸਾਰਿਆਂ ਥਾਵਾਂ ਤੇ। ਇਸ ਕਰਕੇ ਉਹਨੂੰ ਸਿਰਫ ਉਹਨੇ ਭਗਤ ਦੀ ਸ਼ਰਧਾ ਕਰਕੇ ਆਪਣਾ ਰੂਪ ਦਿਖਾਉਣਾ ਹੁੰਦਾ। ਜਿਵੇਂ ਮਹਾਰਾਜ ਜੀ ਨੇ ਕਿਹਾ ਨਾ ਕਰਤਾ ਹੈ ਆਪਣਾ ਰੂਪ ਦਿਖਾਇਆ, ਹੈ ਤਾਂ ਸੀ ਪਰਮੇਸ਼ਰ ਉੱਥੇ ਹੀ, ਪਰ ਭਗਤ ਪ੍ਰਹਲਾਦ ਜੀ ਦੀ ਰੱਖਿਆ ਵਾਸਤੇ ਮਹਾਰਾਜ ਨੇ ਫਿਰ ਨਰ ਸਿੰਘ ਰੂਪ ਵਿਖਾਤਾ। ਥਮ ਉਪਾੜ ਹਰ ਕੀਆ ਵਿਸਥਾਰ, ਮਹਾਰਾਜ ਜੀ ਨੇ ਆਪਣਾ ਦਰਸ਼ਨ ਵਿਖਾਲ ਦਿੱਤਾ। ਫਿਰ ਕਿਹੜੇ ਰੂਪ ਨੂੰ ਧਾਰਨ ਕਰ ਲਏ ਕੋਈ ਕੁਝ ਨਹੀਂ ਜਾਣਦਾ। ਸਾਧ ਸੰਗਤ ਜੀ ਇਹ ਤਾਂ ਪਰਮੇਸ਼ਰ ਦੀ ਮੌਜ ਆ, ਹਜੂਰ ਕਹਿੰਦੇ ਆ। ਵਿਸਮਾਦ ਖਾਣੀ। ਇਹ ਖਾਣੀਆਂ ਕਰਕੇ ਵੀ ਵਾਹਿਗੁਰੂ ਤੂੰ ਵਿਸਮਾਦ ਹੈ, ਕਿਉਂਕਿ ਤੂੰ ਕਿਸੇ ਖਾਣੀ ਵਿੱਚ ਨਹੀਂ ਆਉਂਦਾ ਹੈ। ਵਿਸਮਾਦ ਸਾਧ ਲਗਹਿ ਪ੍ਰਾਣੀ। ਮਹਾਰਾਜ ਕਹਿੰਦੇ ਉਹ ਸਵਾਦ ਵੀ ਤੇਰੇ ਨਾਮ ਦਾ ਅਸਚਰਜੀ ਹੈ। ਜਿਹੜੇ ਬਾਹਰਲੇ ਸਵਾਦਾਂ ਤੋਂ ਅਰਥ ਸੁਣਿਆ ਸੀ ਨਾ, ਹੇ ਵਾਹਿਗੁਰੂ ਤੇਰੇ ਨਾਮ ਦਾ ਸਵਾਦ ਵੀ ਨਾ ਵਿਸਮਾਦ ਹੀ ਹੈ। ਜਿਹੜੇ ਪ੍ਰਾਣੀ ਨੇ ਚੱਖ ਲਿਆ ਨਾ ਉਹ ਤਾਂ ਫਿਰ ਲੱਗ ਜਾਂਦੇ ਆ। ਉਹਨਾਂ ਨੂੰ ਤਾਂ ਮਹਾਰਾਜ ਸੁੱਤੇ ਪਿਆ ਵੀ ਤੂੰ ਆਪਣੇ ਨਾਮ ਨੂੰ ਵਿਸਰਨ ਨਹੀਂ ਦਿੰਦਾ ਹੈ। ਸੁੱਤੇ ਪਿਆ ਵੀ ਉਹ ਤੇਰੇ ਨਾਮ ਦੇ ਰਸ ਦੇ ਘੁੱਟ ਭਰ ਭਰ ਕੇ ਪੀਂਦੇ ਆ। ਸਾਧ ਸੰਗਤ ਜੀ ਇੱਕ ਬਰਿਆਰਾਂ ਵਾਲੇ ਮਹਾਂਪੁਰਖ ਹੋਏ ਸੰਤ ਬਾਬਾ ਕਰਤਾਰ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਉਹਨਾਂ ਦਾ ਹਸਪਤਾਲ ਪਤਾ ਲੈਣ ਗਏ ਤੇ ਜਦੋਂ ਪਤਾ ਲੈਣ ਵਾਸਤੇ ਮਹਾਂਪੁਰਖਾਂ ਪੁੱਛਿਆ ਵੀ ਮਹਾਰਾਜ ਕੀ ਹਾਲ ਹੈ, ਉਹਨਾਂ ਨੇ ਅੱਗੋਂ ਮੂੰਹ ਅੱਟ ਦਿੱਤਾ।
ਕੋਈ ਬੋਲੇ ਨਹੀਂ, ਬੋਲ ਕੋ ਮੂੰਹ ਅੱਡ ਦਿੱਤਾ। ਜਦੋਂ ਮੂੰਹ ਖੋਲ ਦਿੱਤਾ ਤੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਕਹਿਣ ਲੱਗੇ, ਆਹਾ ਵੇਖੋ ਸਿੰਘੋ ਨਾਮ ਦਾ ਰਸ। ਇਹ ਤਾਂ ਉਹ ਸਾਧੂ ਜਾਣਦੇ ਨਾ ਆਪਸ ਵਿੱਚ ਕਿ ਨਾਮ ਦਾ ਰਸ ਕਿਹੋ ਜਿਹਾ। ਉਹ ਬਿਮਾਰ ਪਏ ਹੋਏ ਵੀ ਅਨੋਖੀ ਖੇਡ ਹੈ ਉਹਨਾਂ ਦੀ, ਕਹਿੰਦੇ ਆਨੰਦ ਹੈ, ਬੜਾ ਸੁੱਖ ਹੈ, ਬੜਾ ਸਵਾਦ ਆ ਰਿਹਾ, ਬੜਾ ਮਜ਼ਾ ਆ ਰਿਹਾ। ਅਚਰਜ ਹੈ ਨਾ, ਅਚਰਜ ਹੈ। ਭਾਈ ਮਤੀ ਦਾਸ ਜੀ ਆਰੇ ਥੱਲੇ ਖਲੋਤੇ ਕਹਿੰਦੇ, ਮਹਾਰਾਜ ਜਿੰਨਾ ਆਨੰਦ ਆਰਾ ਬਖਸ਼ ਰਿਹਾ ਨਾ, ਮੋਹਿ ਆਰਾ ਪਿਆਰਾ ਲਗਤ ਹੈ। ਮੈਨੂੰ ਤਾਂ ਆਰਾ ਬੜਾ ਹੀ ਪਿਆਰਾ ਲੱਗਦਾ। ਤੇ ਜਿਹਨੂੰ ਸਾਧ ਸੰਗਤ ਜੀ ਪੁੱਛ ਕੇ ਵੇਖੋ ਕਿਸੇ ਨੂੰ ਵੀ ਆਰਾ ਪਿਆਰਾ ਲੱਗਦਾ ਹੈ? ਸੂਈ ਨਹੀਂ ਝੁਬਈ ਜਾਂਦੀ। ਸਤਿਗੁਰੂ ਜੀ ਕਹਿੰਦੇ ਭਾਈ ਇਹ ਅਚਰਜ ਹੀ ਹੈ, ਵਾਹਿਗੁਰੂ ਜੀ ਦੀ ਇਹ ਖੇਡ। ਮਹਾਰਾਜ ਫਰਮਾਉਂਦੇ ਆ, ਵਿਸਮਾਦ ਸਾਧ ਲਗਹਿ ਪ੍ਰਾਣੀ। ਮਹਾਰਾਜ ਕਹਿੰਦੇ ਵਿਸਮਾਦ ਹੈ ਮੇਰੇ ਵਾਹਿਗੁਰੂ ਜੀ ਦੇ ਨਾਮ ਦਾ ਸਵਾਦ, ਜਿਸ ਵਿੱਚ ਪ੍ਰਾਣਾ ਧਾਰੀ ਜੀਵ ਫਿਰ ਲੱਗ ਜਾਂਦੇ ਆ, ਜਿਨ੍ਹਾਂ ਨੂੰ ਗੁਰੂ ਦੁਆਰੇ ਪ੍ਰਾਪਤ ਹੋ ਜਾਵੇ। ਵਿਸਮਾਦ ਸੰਜੋਗ। ਫਿਰ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਨਾਲ ਸੰਜੋਗ ਪੈਣਾ ਨਾ ਮਹਾਤਮਾ ਦਾ, ਉਹ ਵਾਹਿਗੁਰੂ ਨਾਲ ਜਿਹਦਾ ਜੋੜ ਪੈ ਗਿਆ, ਵਿਸਮਾਦ ਹੀ ਹੈ। ਉਹਨੂੰ ਹੈਰਾਨੀ ਹੋ ਜਾਂਦੀ ਹੈ ਕਿ ਮੈਂ ਕਿੱਥੇ ਕੀ ਕਰ ਰਿਹਾ ਸੀ ਤੇ ਹੈ ਅਸਲ ਵਿੱਚ ਕੀ ਹੈ ਸਾਰੀ ਖੇਡ। ਮਹਾਰਾਜ ਕਹਿੰਦੇ ਜਿਹਦਾ ਸੰਜੋਗ ਪੈਂਦਾ ਵਾਹਿਗੁਰੂ ਨਾਲ, ਜਿਹਦਾ ਸੰਜੋਗ ਪੈਂਦਾ, ਜਦੋਂ ਅੰਮ੍ਰਿਤ ਛਕਦੇ ਆ ਨਾ, ਜਦੋਂ 5 ਘੁੱਟਾਂ ਸਾਡੇ ਅੰਦਰ ਲੰਘਦੀਆਂ, 5 ਨੇਤਰਾਂ 'ਚ ਪੈਂਦੀਆਂ, 5 ਕੇਸਾਂ 'ਚ ਪੈਂਦੀਆਂ, ਤੇ ਫਿਰ ਮਹਾਰਾਜ ਦੇ ਸਨਮੁਖ 5 ਪਿਆਰਿਆਂ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਕਹਿੰਦੇ ਆ ਬਾਜਾਂ ਵਾਲੇ, ਸਤਿਗੁਰੂ ਅੱਜ ਤੋਂ ਮੈਂ ਤੇਰਾ ਸਿੱਖ ਹਾਂ, ਆਪ ਜੀ ਮੇਰੇ ਪਿਤਾ ਹੋ। ਉਦੋਂ ਮਹਾਰਾਜ ਨਾਲ ਕੀ ਪਿਆ? ਸੰਜੋਗ ਪੈ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਾਂਹ ਫੜ ਲਈ ਤੇ ਸਤਿਗੁਰੂ ਜੀ ਕਹਿੰਦੇ, ਮੇਰੀ ਬਾਂਹ ਸਿੱਖਾ ਮਰਿਆਦਾ ਹੀ ਰਹਿਤ ਹੀ, ਮੇਰੀ ਬਾਂਹ ਨਾ ਛੱਡੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਸਿੱਖਾ ਸਾਡੀ ਬਾਜੂ ਨਾ ਛੱਡੀ, ਕੋਈ ਤਾਕਤ ਤੈਨੂੰ ਨਰਕਾਂ 'ਚ ਨਹੀਂ ਪਾ ਸਕੇਗੀ, ਸਗੋਂ ਤੂੰ ਸਮਰੱਥ ਹੋ ਜਾਏਗਾ ਹੋਰਨਾਂ ਨੂੰ ਨਰਕਾਂ ਦੇ ਵਿੱਚੋਂ ਬਚਾਉਣ ਦੇ ਲਈ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਵਾਹਿਗੁਰੂ ਨਾਲ ਸੰਜੋਗ ਪੈਣਾ। ਸ਼ੇਖ ਬ੍ਰਹਮ ਬਿਰਤੀ ਕਰਕੇ ਜਦੋਂ ਬਿਰਤੀ ਵੇਖਦੀ ਹੈ ਨਾ ਉਹਦੇ ਆਨੰਦ ਨੂੰ, ਨਦੀ ਜਦੋਂ ਸਮੁੰਦਰ 'ਚ ਹੀ ਜਾ ਪੈਂਦੀ ਹੈ ਤੇ ਕੀ ਕਹੇ ਸਮੁੰਦਰ ਕੀ ਹੈ। ਜਦੋਂ ਬਿਰਤੀ ਬ੍ਰਹਮ ਵਿੱਚ ਹੀ ਜਾ ਡਿੱਗਦੀ ਹੈ ਤੇ ਸੰਜੋਗ ਹੋ ਜਾਂਦਾ ਵਾਹਿਗੁਰੂ ਨਾਲ, ਉਦੋਂ ਕੀ ਕਹੇ ਬਿਰਤੀ। ਕਹਿੰਦੇ ਵਿਸਮਾਦ, ਅਚਰਜ ਹੈ। ਕੀ ਕਹੀਏ, ਉਹ ਸ਼ਬਦ ਨਹੀਂ ਦੱਸੇ ਜਾ ਸਕਦੇ। ਜਦੋਂ ਗੁਰੂ ਜੀ ਨਾਲ ਗੰਢ ਪੈਂਦੀ ਹੈ ਨਾ, ਸੰਜੋਗ ਪੈਂਦਾ ਸਤਿਗੁਰਾਂ ਦੇ ਨਾਲ। ਇਹ ਸਿੱਖਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦਾ ਪਿਆ ਸੰਜੋਗ, ਕਹਿੰਦੇ ਮਹਾਰਾਜ ਇਹਦਾ ਖੇਡ ਹੀ ਬੜੀ ਅਚਰਜ ਹੈ। ਸਿੱਖੀ ਬਦਲੇ ਕਹਿੰਦੇ ਰਾਜ ਨੂੰ ਠੁੱਡ ਮਾਰਦੇ। ਮਦਰਵੈਲ ਸੈਨ ਰਾਜਾ ਜਿਹੜਾ ਸੀ ਨਾ, ਕਹਿੰਦਾ ਮਹਾਰਾਜ ਮੈਨੂੰ ਹੱਥੀ ਮਾਰ ਦਿਓ, ਮੈਂ ਨਹੀਂ ਰਾਜ ਕਰਨਾ। ਸਤਿਗੁਰੂ ਜੀ ਹੱਸ ਪਏ। ਮਹਾਰਾਜ ਕਹਿੰਦੇ, ਰਾਜਾ ਇਹ ਰਾਜ ਹੁਣ ਤੇਰਾ ਨਹੀਂ ਹੈ, ਸਾਡਾ ਹੈ ਰਾਜ, ਨੌਕਰ ਬਣ ਕੇ ਸਾਡੀ ਨੌਕਰੀ ਕਰ। ਤੇ ਫਿਰ ਰਾਜੇ ਨੇ ਹੱਥ ਜੋੜ ਕੇ ਸਾਹ ਉਮਰ ਸਤਿਗੁਰੂ ਦੀ ਨੌਕਰੀ ਕੀਤੀ। ਤਖਤ ਤੇ ਬੈਠਦਾ ਰਾਜਾ ਮਦਰਬੈਨ, ਪਰ ਕਦੇ ਆਪਣੇ ਆਪ ਨੂੰ ਰਾਜਾ ਨਹੀਂ ਸਮਝਦਾ, ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਸੇਵਕ ਸਮਝਦਾ ਹੈ। ਜਿਨ੍ਹਾਂ ਦਾ ਸਤਿਗੁਰੂ ਨਾਲ ਸੰਜੋਗ ਪੈ ਗਿਆ, ਮਹਾਰਾਜ ਕਹਿੰਦੇ ਵੀ ਅਚਰਜ ਹੈ। ਵਿਸਮਾਦ ਵਿਜੋਗ। ਤੇ ਸੰਸਾਰ ਨਾਲੋਂ, ਧੀਆਂ ਪੁੱਤਰਾਂ ਨਾਲੋਂ ਜਿਹੜਾ ਵਿਜੋਗ ਪੈ ਗਿਆ, ਸੁਰਤ ਟੁੱਟ ਗਈ ਮੋਹ ਦੇ ਨਾਲੋਂ, ਮਹਾਰਾਜ ਕਹਿੰਦੇ ਵੀ ਅਚਰਜ ਹੀ ਹੈ। ਕਿੱਥੇ ਤੇ ਸਵੇਰੇ ਨਿਕਲਦਾ ਸੀ, ਸ਼ਾਮ ਨੂੰ ਭੱਜਾ ਘਰ ਜਾਣਾ ਬੜਾ ਜ਼ਰੂਰੀ ਹੈ। ਜ਼ਰੂਰੀ ਕੀ ਹੈ? ਵਿਸ਼ਿਆਂ ਦਾ ਮਾਰਿਆ ਦੌੜਾ ਹੀ ਆਉਂਦਾ ਸੀਗਾ। ਮਹਾਰਾਜ ਕਹਿੰਦੇ ਅਚਰਜ ਹੀ ਹੈ, ਬਿਰਤੀ ਟੁੱਟ ਗਈ। ਜਦੋਂ ਮੋਹ ਨਾਲੋਂ ਵਿਜੋਗ ਪੈ ਗਿਆ ਨਾ, ਫਿਰ ਸਾਧ ਸੰਗਤ ਜੀ ਗੁਰੂ ਅਸਥਾਨਾਂ ਦੇ ਦਰਸ਼ਨ ਕਰਦੇ ਕਈ ਮਹੀਨੇ ਲੰਘ ਜਾਂਦੇ ਆ। ਉਹਨਾਂ ਸਤਿਪੁਰਖਾਂ ਨੂੰ ਤਾਂ ਕਦੇ ਉਹ ਬੌਲੀ ਸਾਹਿਬ ਗੁਰਦੁਆਰੇ ਸਾਹਿਬ ਤੋਂ ਜਾ ਕੇ ਲੱਭਦੇ ਆ ਵੀ 84 ਕੱਟ ਰਹੇ ਆ, ਕਦੇ ਹਜੂਰ ਸਾਹਿਬ ਯਾਤਰਾ ਕਰ ਰਹੇ ਆ। ਜਿੱਥੇ ਉਹ 82 ਪੁਰਖ ਬੈਠ ਜਾਂਦੇ ਉਹਨਾਂ ਨੂੰ ਆਨੰਦ ਆ। ਕਦੇ ਪੌਂਟਾ ਸਾਹਿਬ ਚਲੇ ਗਏ, ਕਦੇ ਹੇਮਕੁੰਟ ਸਾਹਿਬ ਚਲੇ ਗਏ, ਭਜਨ ਦਾ ਆਨੰਦ ਲੈਂਦੇ ਰਹਿੰਦੇ ਆ। ਪਰਿਵਾਰ ਨਾਲੋਂ ਵਿਜੋਗ ਪੈ ਗਿਆ, ਅਚਰਜ ਹੀ ਆ ਨਾ, ਦੁਨੀਆ ਨਾਲੋਂ ਟੁੱਟ ਗਏ ਆ। ਵਿਸਮਾਦ ਭੁੱਖ। ਮਹਾਰਾਜ ਜੀ ਕਹਿੰਦੇ ਵਿਸਮਾਦ ਹੀ ਹੈ ਨਾ, ਸਾਚੇ ਨਾਮ ਕੀ ਲਾਗੈ ਭੂਖ। ਉਤ ਭੁੱਖ ਹੈ ਖਾਏ ਚਲੀਐ ਦੁਖ। ਇਹ ਪਹਿਲੋਂ ਭੋਜਨ ਦੀ ਭੁੱਖ ਵਿਸਮਾਦ ਕਹੀ ਸੀ, ਹੁਣ ਮਹਾਰਾਜ ਕਹਿੰਦੇ ਨਾਮ ਦੀ ਭੁੱਖ ਵੀ ਵਿਸਮਾਦ ਹੀ ਹੈ ਨਾ। ਸਾਰੇ ਦੁੱਖ ਨਾਸ਼ ਹੋ ਜਾਂਦੇ ਆ, ਸਾਰੇ ਕਸ਼ਟ ਕੱਟੇ ਜਾਂਦੇ ਆ। ਵਿਸਮਾਦ ਭੋਗ। ਤੇ ਨਾਮ ਦੇ ਆਨੰਦ ਦਾ ਜਿਹੜਾ ਭੋਗ ਹੈ ਵੀ ਵਿਸਮਾਦ ਹੀ ਹੈ। ਜਿਹਨੇ ਵੇਖ ਲਿਆ, ਜਿਹਨੇ ਭੋਗ ਲਿਆ, ਉਹ ਕਹਿੰਦੇ ਦੁਨੀਆ ਦਾ ਰਾਜ ਤਖਤ ਤੱਕ ਕੱਖ ਵੀ ਨਹੀਂ ਤੇ ਰੇਤ ਦੀ ਕੰਧ ਵਾਂਗ ਕਿਰ ਜਾਂਦਾ। ਇੰਦਰ ਦਾ ਰਾਜ ਅੱਗੇ ਧਰ ਦਿਓ, ਕਹਿੰਦੇ ਕੀ ਹੈ, ਕੱਖ ਨਹੀਂ। ਇੰਦਰ ਨੂੰ ਵੀ ਉਹ ਸਾਧ ਸੰਗਤ ਜੀ ਕੰਗਾਲ ਹੀ ਸਮਝਦੇ ਆ।
ਮਹਾਰਾਜ ਦੇ ਨਾਮ ਦਾ ਆਨੰਦ ਜਿਨ੍ਹਾਂ ਨੇ ਭੋਗਿਆ, ਹਜੂਰ ਕਹਿੰਦੇ ਵੀ ਅਸਚਰਜ ਹੈ। ਵਿਸਮਾਦ ਸਿਫਤ ਵਾਹਿਗੁਰੂ ਜੀ ਦੀ ਜਿਹੜੀ ਸਿਫਤ ਕਰਨੀ ਹੈ ਨਾ, ਸਤਿਗੁਰੂ ਜੀ ਕਹਿੰਦੇ ਇਕੱਲਿਆਂ ਬੈਠ ਕੇ ਜਦੋਂ ਭਜਨ ਕਰੀਏ, ਸੁਰਤ ਨਾਮ ਦੇ ਵਿੱਚ ਲੱਗ ਜਾਵੇ, ਇਹ ਵੀ ਸਾਧ ਸੰਗਤ ਜੀ ਸਿਫਤ ਨੂੰ ਬੰਦਗੀ ਵੀ ਕਹਿੰਦੇ ਆ। ਤੇ ਬੰਦਗੀ ਕਰਨੀ ਜਿਹੜੀ ਮਹਾਰਾਜ ਕਹਿੰਦੇ ਅਸਚਰਜ ਹੈ, ਕਿਉਂਕਿ ਪਰਮੇਸ਼ਰ ਵਿੱਚ ਜੋੜ ਦਿੰਦੀ ਆ। ਵਿਸਮਾਦ ਸਾਲਾਹ ਜਿਹੜੇ ਉਹਦੇ ਸੋਹਲੇ ਗੁਣੇ ਆ, ਸਲਾਹ ਕਰਨੀ ਆ ਸੰਗਤ ਵਿੱਚ ਮਿਲ ਕਰਕੇ, ਇਹ ਸਾਧ ਸੰਗਤ ਜੀ ਕਿੰਨੇ ਕਿੰਨੇ ਜਨਮਾਂ ਦੇ ਪਾਪ ਝਾੜ ਦਿੰਦੀ ਹੈ ਕੀਤੀ ਹੋਈ ਸੰਗਤ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਲਾਹ ਮੁਕਤ ਨੂੰ ਵੀ ਕਹਿੰਦੇ ਆ, ਉਹਦੀ ਮੁਕਤ ਵੀ ਅਸਚਰਜ ਹੈ। ਵਿਸਮਾਦ ਉਜੜ ਮਹਾਰਾਜ ਕਹਿੰਦੇ ਭਾਈ ਜਿਹੜਾ ਉੱਜੜ ਜਾਣਾ ਹੈ, ਉੱਜੜਨਾ ਕੀ ਹੈ? ਸੰਸਾਰ ਦੇ ਅੰਦਰ ਸਾਧ ਸੰਗਤ ਜੀ ਜਿਹੜਾ ਆਪਣੇ ਜੀਵਨ ਨੂੰ ਬਰਬਾਦ ਕਰ ਲੈਣਾ ਹੈ। ਮਹਾਰਾਜ ਕਹਿੰਦੇ ਵਡਮੁੱਲਾ ਜੀਵਨ ਮਿਲਿਆ, ਬੜਾ ਅਮੋਲਕ, ਨਾ ਲੱਭਣ ਵਾਲਾ, ਕਠਨ ਲੱਭਣ ਵਾਲਾ, ਤੇ ਜਿਹੜਾ ਵਿਕਾਰਾਂ ਦੇ ਉਜਾੜ ਦੇ ਰਾਹ ਪੈ ਗਿਆ, ਸੰਸਾਰ ਉਦਿਆਨ ਬਸਨੁ ਸੰਸਾਰੰ। ਮਹਾਰਾਜ ਨੇ ਕਿਹਾ ਭਾਈ ਜਿਹੜੇ ਇਹਦੇ ਅੰਦਰ ਵਿਕਾਰਾਂ ਦੇ ਰਸਾਂ ਦੇ ਰਾਹ ਪਏ ਰਹਿੰਦੇ, ਆਪਣਾ ਆਪ ਨਹੀਂ ਪਛਾਣਦੇ, ਸੰਗਤ ਨਹੀਂ ਕਰਦੇ, ਅਸਚਰਜੀ ਹੈ ਨਾ, ਆਪਣਾ ਆਪ ਬਰਬਾਦ ਕਰੀ ਜਾਂਦੇ ਆ। ਵਿਸਮਾਦ ਰਾਹ ਵਿਸਮਾਦ ਹੈ ਜਿਨ੍ਹਾਂ ਨੂੰ ਭਾਵ ਭਗਤੀ ਦਾ ਰਾਹ ਲੱਭ ਪਿਆ ਹੈ, ਗਿਆਨ ਦਾ ਰਸਤਾ ਲੱਭ ਪਿਆ, ਸੰਗਤ ਦਾ ਰਾਹ ਲੱਭ ਪਿਆ ਹੈ, ਇਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਰਾਹ ਲੱਭ ਪਿਆ। ਵਿਸਮਾਦ ਅਸਚਰਜ ਹੈ। ਵਿਸਮਾਦ ਨੇੜਾ ਮਹਾਰਾਜ ਜੀ ਕਹਿੰਦੇ ਵਿਸਮਾਦ ਹੈ ਭਈ ਗੁਰਮੁਖਾਂ ਨੂੰ ਤਾਂ ਨੇੜੇ ਹੀ ਦਿਸਦਾ ਹੈ। ਕਹਿ ਰਵਿਦਾਸ ਹਾਥ ਪਹਿ ਨੇਰਾ ਸਹਜੇ ਹੋਏ ਸੋ ਹੋਈ। ਵਿਸਮਾਦ ਹੈ ਰਵਿਦਾਸ ਭਗਤ ਜੀ, ਉਸ ਵਿਸਮਾਦ 'ਚ ਹੀ ਜੁੱਤੀਆਂ ਗੰਢਦੇ ਆ। ਤੇ ਚਿਤੌੜਗੜ੍ਹ ਵਾਲਾ ਰਾਜਾ ਹੱਥ ਜੋੜ ਕੇ ਸਾਹਮਣੇ ਖਲੋਂਦਾ ਸੀ ਕਿ ਮਹਾਰਾਜ ਮੇਰੇ ਤੇ ਨਿਗਾਹ ਕਰੋ। ਭਗਤ ਰਵਿਦਾਸ ਜੀ ਜੁੱਤੀਆਂ ਹੀ ਗੰਢੀ ਜਾਂਦੇ ਆ। ਗੰਗਾ ਮਈਆ ਸਾਰਿਆਂ ਦੀਆਂ ਭੇਟਾਂ ਰੋੜ ਰੋੜ ਕੇ ਲਈ ਜਾਂਦੀ। ਭਾਈ ਗੁਰਦਾਸ ਜੀ ਕਹਿੰਦੇ ਲੈ ਆ ਕਸੀਰਾ ਹੱਥ ਕੱਢ। ਜਦੋਂ ਭਗਤ ਰਵਿਦਾਸ ਜੀ ਦਾ ਕਸੀਰਾ ਹੀ ਬ੍ਰਾਹਮਣ ਸੁੱਟਣ ਲੱਗਾ ਨਾ, ਗੰਗਾ ਨੇ ਹੱਥ ਕੱਢ ਕੇ ਪ੍ਰਵਾਨ ਕੀਤਾ ਹੈ। ਇਹ ਵੇਖ ਲੋ ਅਸਚਰਜੀ ਹੈ ਨਾ ਭਗਤ ਦਾ ਪ੍ਰੇਮ। ਮਹਾਰਾਜ ਕਹਿੰਦੇ ਆ ਨੇੜੇ ਤੋਂ ਨੇੜੇ ਭਗਤ ਨੂੰ ਪ੍ਰਤੀਤ ਹੁੰਦਾ ਹੈ ਵਾਹਿਗੁਰੂ ਸ਼ਾਹ ਰਗ ਤੋਂ ਵੀ ਨੇੜੇ। ਵਿਸਮਾਦ ਦੂਰ ਵੇਖ ਲੋ ਅਸਚਰਜੀ ਆ। ਮਨਮੁਖ ਕਹਿੰਦੇ ਕਿੱਥੇ ਆ ਰੱਬ? ਉਹ ਪਾਪ ਤੇ ਪਾਪ ਕਰੀ ਚਲੇ ਜਾਂਦੇ ਆ, ਮਨਮੁਖਾਂ ਨੂੰ ਦੂਰ ਪ੍ਰਤੀਤ ਹੁੰਦਾ ਏ। ਵਿਸਮਾਦ ਦੇਖਾ ਹਾਜ਼ਰਾ ਹਜੂਰ। ਮਹਾਰਾਜ ਕਹਿੰਦੇ ਭਾਈ ਵਿਸਮਾਦ ਹੀ ਹੈ ਨਾ, ਤਤ ਬੇਤਿਆਂ ਨੂੰ ਤਾਂ ਨੇੜੇ ਤੋਂ ਨੇੜੇ ਦਿਸਦਾ ਹੈ। ਭਾਈ ਰਾਮ ਕੌਰ ਜੀ ਜੋ ਬ੍ਰਹਮ ਰੂਪ ਹੀ ਹੋਏ ਰਹਿੰਦੇ ਆ, ਪਠਾਨ ਨੇ ਆ ਕੇ ਆਖਿਆ ਮਹਾਰਾਜ ਜੀ ਤੁਹਾਡਾ ਨੁਕਸਾਨ ਬੜਾ ਹੋਇਆ, ਬਹੁਤ ਜ਼ਿਆਦਾ, ਇੱਥੋਂ ਬਾਹਰ ਲੁੱਟ ਕੇ ਲੈ ਗਈ ਸਮਾਨ ਸਾਰਾ, ਦੱਸੋ ਮੈਂ ਮੜਵਾਵਾਂ ਸਾਰਾ। ਕਹਿੰਦੇ ਸਾਡਾ ਤਾਂ ਕੁਝ ਨਹੀਂ ਲੁੱਟਿਆ, ਸਭ ਕੁਝ ਲੁੱਟ ਕੇ ਲੈ ਗਏ ਸੀ। ਕਹਿੰਦੇ ਨਹੀਂ ਮਹਾਰਾਜ ਮਾਫ ਕਰ ਦਿਓ, ਕੁਝ ਤਾਂ ਦੱਸੋ। ਅੱਖਾਂ ਖੋਲੀਆਂ ਨਾ ਜਦੋਂ, ਸਾਹਮਣੇ ਬਾਜਾਂ ਦੇ ਆਡੇ ਨਹੀਂ ਦਿਖਾਈ ਦਿੱਤੇ। ਕਹਿੰਦੇ ਉਹ ਸਾਡੇ ਬਾਜਾਂ ਦੇ ਆਡੇ ਲਿਆ ਕੇ ਦਿਓ। ਇੰਨਾ ਉਹਨਾਂ ਦਾ ਬਿਰਤੀ ਨਿਰਲੇਪ, ਜਿਹੜੀ ਅੱਖਾਂ ਦੇ ਸਾਹਮਣੇ ਚੀਜ਼ ਵੇਖੀ ਉਹੋ ਹੀ ਦੱਸੀ, ਹੋਰ ਉਹਨਾਂ ਨੂੰ ਕੋਈ ਧਿਆਨ ਹੀ ਨਹੀਂ ਹੈ, ਕਿਉਂਕਿ ਸਭ ਬ੍ਰਹਮ ਰੂਪ ਹੀ ਆ ਉਹਨਾਂ ਲਈ। ਕੋਈ ਵੈਰੀ ਮਿੱਤਰ ਨਹੀਂ ਰਹਿ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬ੍ਰਹਮ ਬੇਤੇ ਲਈ ਨੇੜੇ ਤੋਂ ਨੇੜੇ ਵਿਸਮਾਦ ਹੀ ਹੈ ਨਾ, ਉਹਨੂੰ ਨੇੜੇ ਤੋਂ ਨੇੜੇ ਹਾਜ਼ਰ ਹਜੂਰ ਪਰਮੇਸ਼ਰ ਦਿਸ ਪੈਂਦਾ ਏ। ਵੇਖ ਵਿਡਾਣ ਰਹਿਆ ਵਿਸਮਾਦ। ਜਦੋਂ ਵੇਖਦੇ ਉਸ ਵਿਡਾਣ ਅਸਚਰਜ ਰੂਪ ਨੂੰ ਤੇ ਭਗਤ ਵਿਸਮਾਦ ਹੀ ਹੋ ਜਾਂਦੇ ਆ। ਬਾਜਾਂ ਵਾਲੇ ਸਤਿਗੁਰੂ ਜੀ ਦੇ ਚਰਨਾਂ ਦੀ ਛੋਹ ਪਾ ਕਰਕੇ ਭਾਈ ਨੰਦ ਲਾਲ ਜੀ ਵਿਸਮਾਦ ਹੀ ਹੋ ਗਏ। ਭਾਈ ਨੰਦ ਲਾਲ ਜੀ ਕੀ ਵੇਖਿਆ? ਕਹਿੰਦੇ ਨੇ ਇੱਕ ਰੋਮ ਵਿੱਚ ਮਹਾਰਾਜ ਦੇ ਕਰੋੜਾਂ ਬ੍ਰਹਮੰਡ। ਦੱਸੋ ਕੀ ਦੱਸਾਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਨੂੰ ਛੋਹ ਕੇ ਵਿਸਮਾਦ ਵਿੱਚ ਚਲੇ ਗਏ। ਵੇਖ ਵਿਡਾਣ ਰਹਿਆ ਵਿਸਮਾਦ। ਉਸ ਅਸਚਰਜ ਰੂਪ ਨੂੰ ਵੇਖ ਕਰਕੇ ਅਸਚਰਜੀ ਹੋ ਗਏ, ਵਿਸਮਾਦ ਹੋ ਗਏ। ਨਾਨਕ ਬੁਝਣ ਪੂਰਾ ਭਾਗ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸ਼ੇਖ ਬ੍ਰਹਮ ਜਿਹਦੇ ਪੂਰੇ ਭਾਗ ਜਾਗ ਪੈਂਦੇ ਆ ਨਾ, ਨਿਰੰਕਾਰ ਜਿਹਦੇ ਮੱਥੇ ਤੇ ਲੇਖ ਪਾਉਂਦੇ ਆ, ਉਹੋ ਹੀ ਮੇਰੇ ਵਾਹਿਗੁਰੂ ਨੂੰ ਬੁੱਝ ਲੈਂਦਾ ਇਸ ਵਿਸਮਾਦ ਸੋਮੇ ਨੂੰ। ਜਦੋਂ ਸਾਧ ਸੰਗਤ ਜੀ ਕੋਈ ਸੋਮੇ ਨਾਲ ਜੁੜ ਜਾਂਦਾ ਨਾ, ਫਿਰ ਉਹਦਾ ਕੋਈ ਭਾਵ ਨਹੀਂ ਹੋਰ ਰਹਿ ਜਾਂਦਾ, ਉਹ ਤਾਂ ਨਿਰੰਕਾਰ ਦਾ ਰੂਪ ਹੋ ਨਿਬੜਦਾ ਹੈ। ਮਹਾਰਾਜ ਜੀ ਕਹਿੰਦੇ ਸ਼ੇਖ ਬ੍ਰਹਮ ਜਿਹਦੇ ਭਾਗ ਜਾਗਦੇ ਆ, ਉਹ ਬੁੱਝ ਲੈਂਦਾ ਹੈ ਗੁਰੂ ਦੁਆਰਾ, ਉਹਨੂੰ ਸਮਝ ਪੈ ਜਾਂਦੀ ਹੈ ਵਿਸਮਾਦ ਦੇ ਸਰੂਪ ਦੀ। ਤੇ ਵਿਸਮਾਦ ਦੇ ਸਰੂਪ ਦੀ ਸਮਝ ਕੀ ਪੈਂਦੀ ਹੈ? ਵਿਸਮਾਦ ਰੂਪ ਹੀ ਹੋ ਜਾਂਦਾ ਹੈ। ਵੇਖ ਵਡਾਣ ਰਹਿਆ ਵਿਸਮਾਦ। ਸੋ ਸਮਾਂ ਨਹੀਂ ਕਿ ਅੱਗੇ ਆਪਾਂ ਅਰਥ ਕਰੀਏ। ਤੋ ਸਾਧ ਸੰਗਤ ਜੀ, ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਗਿਆਨ ਤੋਂ ਅੱਗੇ ਦੱਸਦੇ ਆ ਕਿ ਗਿਆਨ ਤੋਂ ਅੱਗੇ ਪ੍ਰੇਮ ਹੈ।
ਇਹ ਨਹੀਂ ਕਿ ਗਿਆਨ ਨਹੀਂ ਹਾਸਲ ਕਰੀਦਾ, ਗਿਆਨ ਵੀ ਜ਼ਰੂਰੀ ਹੈ, ਸਤਿਗੁਰੂ ਜੀ ਦੇ ਘਰ ਦੀ ਬ੍ਰਹਮ ਵਿਦਿਆ ਪੜ੍ਹਨੀ ਵੀ ਜ਼ਰੂਰੀ ਹੈ, ਪਰ ਗਿਆਨ ਪਾ ਕੇ ਹੰਕਾਰ ਆ ਜਾਂਦਾ ਜੇ, ਪ੍ਰੇਮ ਹੰਕਾਰ ਨਹੀਂ ਜੇ ਆਉਣ ਦਿੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਕਿ ਜਿੱਥੇ ਕਰਮ ਕਰਨਾ, ਉਪਾਸਨਾ ਕਰਨੀ ਗਿਆਨ ਹੋ ਜਾਂਦਾ ਹੈ, ਪਰ ਸਿੱਖਾ ਪ੍ਰੇਮ ਨਾ ਛੱਡੀ, ਕਿਉਂਕਿ ਪ੍ਰੇਮ ਤੈਨੂੰ ਨਿਰੰਕਾਰ ਤੱਕ ਲਿਜਾਵੇਗਾ। ਇਹ ਸਤਿਗੁਰੂ ਜੀ ਸਾਨੂੰ ਵਿਸਮਾਦ ਦਾ ਇਹ ਮਹਾਰਾਜ ਜੀ ਨੇ ਨਜ਼ਾਰਾ ਦਿਖਾਇਆ, ਸੱਚੇ ਪਾਤਸ਼ਾਹ ਨੇ। ਪਾਕ ਪਟਣ ਵਿੱਚ ਸ਼ੇਖ ਬ੍ਰਹਮ ਜੀ ਵਰਗੇ ਨਿਹਾਲ ਹੋਏ। ਜਿਵੇਂ ਮਹਾਰਾਜ ਹੁਣ ਅੱਗੇ ਕੁਦਰਤ ਦਾ ਜ਼ਿਕਰ ਕਰਨਗੇ, ਕਿਉਂਕਿ ਕਈ ਨਲਾਇਕ ਕਹਿੰਦੇ ਆ ਕਿ ਕੁਦਰਤ ਹੀ ਪਰਮੇਸ਼ਰ ਹੈ। ਕਈ ਇਹੋ ਜਿਹੇ ਆ, ਉਹਨਾਂ ਨੂੰ ਸਾਧ ਸੰਗਤ ਜੀ ਕੋਈ ਸੋਝੀ ਤਾਂ ਹੈ ਨਹੀਂ, ਪਰ ਸਿੱਖ ਜਗਤ ਨੂੰ ਦੱਸਣ ਲੱਗ ਪੈਂਦੇ ਆ ਕਿ ਅਸੀਂ ਤੁਹਾਨੂੰ ਪਰਮੇਸ਼ਰ ਦੱਸਦੇ ਹਾਂ ਕੀ ਹੈ। ਪਰਮੇਸ਼ਰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਥਨ ਕੀਤਾ ਬਾਣੀ ਦੇ ਅੰਦਰ। ਇਸ ਕਰਕੇ ਸਿੱਖ ਨੂੰ ਕਿਸੇ ਹੋਰ ਤੋਂ ਪੁੱਛਣ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਿਰੰਕਾਰ ਸਰੂਪ ਨੇ। ਸਤਿਗੁਰੂ ਜੀ ਦੀ ਬਾਣੀ ਦੱਸਦੀ ਹੈ ਕਿ ਭਾਈ ਤੂੰ ਆਪ ਹੀ ਪਰਮੇਸ਼ਰ ਰੂਪ ਹੈ। ਗੁਰੂ ਜੀ ਦੀ ਸਿੱਖਿਆ ਨੂੰ ਜਾਣਨਾ ਕਰ, ਮਹਾਰਾਜ ਦੇ ਗੁਰਮੰਤਰ ਨੂੰ ਜਪਣਾ ਕਰ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਵੇਖ ਵਿਡਾਣ ਰਹਿਆ ਬਿਸਮਾਦ, ਨਾਨਕ ਬੁੱਝਣ ਪੂਰਾ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।